ਪਿਆਰੇ ਦਰਸ਼ਕੋ, ਤੁਹਾਡਾ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਇਸ ਵਿਚਾਰ ਚਰਚਾ ਦੇ ਵਿੱਚ ਸਾਡੇ ਨਾਲ ਉੱਘੇ ਚਿੰਤਕ ਡਾਕਟਰ ਪਿਆਰਾ ਲਾਲ ਗਰਗ ਹਨ, ਜਿਨ੍ਹਾਂ ਨਾਲ ਅਸੀਂ ਪੰਜਾਬ ਦੀਆਂ ਚੋਣਾਂ ਦੇ ਸੰਬੰਧ ਦੇ ਵਿੱਚ ਗੱਲਬਾਤ ਕਰਾਂਗੇ। ਚੋਣਾਂ ਦੇ ਵਿੱਚ ਮੁੱਦੇ ਕੀ ਹੋਣ, ਕਿਹੜੇ ਮੁੱਦਿਆਂ ਦੇ ਉੱਪਰ ਗੱਲ ਹੋਣੀ ਚਾਹੀਦੀ। ਪਿਛਲੀ ਵਾਰੀ ਅਸੀਂ ਤੁਹਾਡੇ ਨਾਲ ਪੇਂਡੂ ਆਰਥਿਕਤਾ ਬਾਰੇ ਗੱਲ ਕੀਤੀ ਸੀ, ਪਿੰਡਾਂ ਦੀਆਂ ਕੀ ਪ੍ਰੋਬਲਮ ਨੇ, ਇੱਕ ਹਿੱਸਾ ਅਸੀਂ ਉਹਦੇ 'ਤੇ ਗੱਲ ਕੀਤੀ ਸੀ। ਜਦੋਂ ਅਸੀਂ ਗੱਲ ਅੱਜ ਤੁਹਾਡੇ ਨਾਲ ਦੁਬਾਰਾ ਕਰ ਰਹੇ ਹਾਂ, ਦੂਜਾ ਐਪੀਸੋਡ, ਅਸੀਂ ਭਾਗ 2 ਦੀ ਗੱਲ ਕਰ ਰਹੇ ਹਾਂ। ਉਹਦੇ ਵਿੱਚ ਸਾਨੂੰ ਲੱਗਦਾ ਕਿ ਮੁੱਦੇ ਪਿੰਡ ਦੇ ਬਹੁਤ ਨੇ, ਸ਼ਹਿਰ ਦੇ ਬਹੁਤ ਨੇ, ਪਰ ਇੱਕ ਮੁੱਦਾ ਜਿਹੜਾ ਹੈ ਉਹ ਬਹੁਤ ਸਾਡੀ ਜਿਹੜੀ ਹੈ ਜੀਵਨ ਸ਼ੈਲੀ ਜਿਹੜੀ ਉਹਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਅਤੇ ਉਹਦੇ ਵਿੱਚ ਭ੍ਰਿਸ਼ਟਾਚਾਰ, ਮਤਲਬ ਭ੍ਰਿਸ਼ਟਾਚਾਰ ਹਰ ਕੰਮ ਦੇ ਨਾਲ ਜੁੜ ਗਿਆ ਅਤੇ ਜਿਵੇਂ ਸਾਡੀ ਜੀਵਨ ਜਾਂਚ ਉਹਦਾ ਹਿੱਸਾ ਹੀ ਬਣਦਾ ਜਾ ਰਿਹਾ ਜਾਂ ਬਣ ਚੁੱਕਾ। ਅਸੀਂ ਅੱਜ ਦੇ ਇਸ ਐਪੀਸੋਡ ਦੇ ਵਿੱਚ, ਅੱਜ ਦੇ ਭਾਗ 2 ਦੇ ਵਿੱਚ ਇਹ ਗੱਲ ਕਰਾਂਗੇ ਕਿ ਜਿਹੜੀ ਕਿਸਾਨ ਅੰਦੋਲਨ ਹੈ, ਇਹਨੇ ਬਹੁਤ ਲੋਕਾਂ ਦੇ ਵਿੱਚ, ਖਾਸ ਕਰਕੇ ਕਿਸਾਨੀ ਦੇ ਵਿੱਚ ਜੋਸ਼ ਭਰਿਆ। ਉਹਦੇ ਨਾਲ ਸਾਡਾ ਜਮਹੂਰੀ ਸਿਸਟਮ ਆ ਉਹਨੂੰ ਵੀ ਇੱਕ ਨਵੀਂ ਦਿਸ਼ਾ ਦਿੱਤੀ ਹੈ, ਜਿਹਨੂੰ ਪਹਿਲਾਂ ਬਹੁਤ ਕਰਾਸ਼ੀ ਕਰ ਦਿੱਤਾ ਗਿਆ ਸੀਗਾ। ਇਹ ਵੀ ਸੀ ਵੀ ਥੋੜ੍ਹਾ ਜਿਹਾ ਵੀ ਕੋਈ ਬੋਲੇ ਉਹਦੇ ਖਿਲਾਫ ਕੇਸ ਦਰਜ, ਮਤਲਬ ਸੀਰੀਅਸ ਧਾਰਾਵਾਂ ਦੇ ਤਹਿਤ, ਸਖਤ ਕਾਨੂੰਨਾਂ ਦੇ ਤਹਿਤ, UAPA ਵਰਗੇ ਕਾਨੂੰਨਾਂ ਦੇ ਤਹਿਤ ਜਿਹੜਾ ਕੇਸ ਦਰਜ ਹੁੰਦੇ ਸੀਗੇ। ਬੋਲਣ ਦਾ, ਡਿਸੈਂਟ ਦਾ ਜਿਹੜਾ ਬਹੁਤ ਉਹਨੂੰ ਕੁਚਲਿਆ ਗਿਆ ਪਿਛਲੇ ਸਮੇਂ ਦੇ ਵਿੱਚ। ਅਤੇ ਇਸ ਐਪੀਸੋਡ ਦੇ ਵਿੱਚ ਡਾਕਟਰ ਸਾਹਿਬ ਤੋਂ ਜਾਣਾਂਗੇ ਕਿ ਜਿਹੜਾ ਭ੍ਰਿਸ਼ਟਾਚਾਰ ਦਾ ਮਾਮਲਾ, ਭਾਵੇਂ ਕਿ ਇਹਨੂੰ ਬਾਕੀ ਹਿੱਸੇ ਨਾਲੋਂ ਤੋੜ ਕੇ ਨਹੀਂ ਦੇਖਿਆ ਜਾਏ, ਸਰੀਰ ਨੂੰ ਜਾਂ ਜਿਹੜਾ ਬਾਡੀ ਹੈ ਸਾਡੀ ਉਹਨੂੰ, ਜਾਂ ਜਿਹੜਾ ਸਾਡਾ ਪ੍ਰਬੰਧ ਉਹਨੂੰ ਤੋੜ ਕੇ ਨਹੀਂ ਦੇਖਿਆ ਜਾ ਸਕਦਾ। ਇਹ ਉਹਦਾ ਬਾਈ ਪ੍ਰੋਡਕਟ ਦਾ ਹੈ, ਪਰ ਬਾਈ ਪ੍ਰੋਡਕਟ ਦਾ ਮਾਮਲਾ ਤਾਂ ਅੱਗੇ ਜਾ ਕੇ ਹੋਏਗਾ ਵੀ ਸਿਸਟਮ ਬਦਲਣ ਦੀਆਂ ਗੱਲਾਂ ਜਿਹੜੀਆਂ ਅੱਗੇ ਜਾ ਕੇ ਹੋਣਗੀਆਂ, ਕਦੋਂ ਹੋਏਗਾ ਨਹੀਂ ਹੋਏਗਾ, ਪਰ ਇਹਨੂੰ ਘਟਾਇਆ ਜ਼ਰੂਰ ਜਾ ਸਕਦਾ। ਇਹਨੂੰ ਮਤਲਬ ਇਸ ਸਿਸਟਮ ਦੇ ਵਿੱਚੋਂ ਕਿਵੇਂ ਮੰਨਫੀ ਕੀਤਾ ਜਾਵੇ, ਕਿਵੇਂ ਘਟਾਇਆ ਜਾਵੇ, ਮਤਲਬ ਇਹਦੇ ਲਈ ਕੀ ਕੀਤਾ ਜਾਵੇ। ਅਤੇ ਕਿਸਾਨ ਮੋਰਚਾ ਜਿਹੜਾ ਹੁਣੇ ਜਿੱਤਿਆ, ਜਿਹਨੇ ਅਜੇ ਕੱਲ੍ਹ ਤੋਂ ਪੰਜਾਬ ਵੱਲ ਨੂੰ ਚਾਲੇ ਜਿਹੜੇ ਪਾਉਣੇ ਫਤਿਹ ਮਾਰਚ ਦੇ ਰੂਪ ਦੇ ਵਿੱਚ, ਅਸੀਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹਾਂਗੇ ਕਿ ਜਿਹੜਾ ਭ੍ਰਿਸ਼ਟਾਚਾਰ ਸਾਡਾ ਸਿਸਟਮ ਆ ਉਹਨੂੰ ਮਤਲਬ ਘੁਣ ਦੀ ਤਰ੍ਹਾਂ ਖਾ ਗਿਆ, ਅਤੇ ਕੋਈ ਅਦਾਰਾ ਇਹੋ ਜਿਹਾ ਨਹੀਂ ਜਿੱਥੇ ਮਤਲਬ ਲੋਕਾਂ ਦੀ ਸੁਣਵਾਈ ਹੋਵੇ, ਬਿਨਾਂ ਪੈਸੇ ਤੋਂ ਕੰਮ ਹੁੰਦਾ ਹੋਵੇ। ਚੰਗੀਆਂ ਤਨਖਾਹਾਂ ਲੈਣ ਵਾਲੇ ਵੀ ਭ੍ਰਿਸ਼ਟਾਚਾਰ ਉੱਪਰਲੀ ਜਿਹੜੀ ਕਮਾਈ ਆ ਉਹਨੂੰ ਲੈਣਾ ਫਖਰ ਸਮਝਦੇ। ਕੋਈ ਉਹ ਦਿਨ ਆਏਗਾ ਜਿੱਦਣ ਉਹ ਵੀ ਕਹਿਣਗੇ ਵੀ ਇਹ ਫਖਰ ਨਹੀਂ, ਇਹ ਲਾਹਨਤ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਵੇਂ ਜੀ ਸਹੀ ਕਿਹਾ ਤੁਸੀਂ ਵੀ, ਸਾਡੇ ਜਿਹੜੀ ਸਾਰੀ ਰਾਜ ਪ੍ਰਣਾਲੀ ਹੈ, ਪ੍ਰਸ਼ਾਸਨ ਦੀ ਪ੍ਰਣਾਲੀ ਹੈ, ਉਹਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਹੈ ਇੱਕ ਬਹੁਤ ਵੱਡਾ ਮੁੱਦਾ ਵੀ ਹੈ, ਅਤੇ ਉਹ ਘੁਣ ਵਾਂਗੂ ਖਾ ਵੀ ਰਿਹਾ ਸਾਡੇ ਸਿਸਟਮ ਨੂੰ, ਸਾਡੀ ਸਾਰੀ ਪ੍ਰਣਾਲੀ ਨੂੰ। ਅੱਗੇ ਕੋਈ ਜ਼ਮਾਨਾ ਸੀ ਜਦ ਕੋਈ ਭ੍ਰਿਸ਼ਟਾਚਾਰ ਕਰਦਾ ਸੀ, ਉਹ ਕਹਿੰਦੇ ਇਹ ਤਾਂ ਚੋਰੀ ਦੇ ਪੈਸੇ ਖਾਂਦਾ ਹੈ, ਇਹ ਤਾਂ ਰਿਸ਼ਵਤਖੋਰ ਹੈ, ਉਹਦੀ ਇੱਜ਼ਤ ਨਹੀਂ ਹੁੰਦੀ ਸੀ ਸਮਾਜ 'ਚ। ਪੈਸਾ ਹੁੰਦਾ ਸੀ ਉਹਦੇ ਕੋਲ, ਇੱਜ਼ਤ ਨਹੀਂ ਹੁੰਦੀ ਸੀ। ਅੱਜ ਭ੍ਰਿਸ਼ਟਾਚਾਰ ਕਰਨ ਵਾਲੇ ਨੂੰ ਇੱਜ਼ਤ ਦਿੱਤੀ ਜਾਂਦੀ ਹੈ। ਕਿਉਂ ਹੋ ਗਿਆ? ਕਿਉਂਕਿ ਸਾਡੀ ਸਿਆਸਤ ਜਿਹੜੀ ਆ ਉਹ ਹੋ ਗਈ ਪਰਿਵਾਰਿਕ। ਜਦੋਂ ਪਰਿਵਾਰ ਹੈ ਅਤੇ ਪਰਿਵਾਰ ਦੇ ਵਿੱਚੋਂ ਸਿਆਸਤਦਾਨ ਨਿਕਲਣਾ, ਉਹ ਵਪਾਰ ਕਰਦਾ। ਵਪਾਰ ਦੇ ਵਿੱਚ ਉਹਨੇ ਠੱਗੀ ਚੋਰੀ ਨਾਲ ਪੈਸਾ ਇਕੱਠਾ ਕਰਨਾ ਸ਼ੁਰੂ ਕਰਨਾ, ਜਾਇਦਾਦ ਇਕੱਠੀ ਕਰਨੀ, ਚਾਹੇ ਉਹ ਬੱਸਾਂ ਨੇ, ਚਾਹੇ ਉਹ ਕੇਬਲ ਹੈ, ਚਾਹੇ ਉਹ ਰੇਤ ਹੈ, ਚਾਹੇ ਉਹ ਕੋਈ ਕਮਿਊਨੀਕੇਸ਼ਨ ਦੇ ਸਾਧਨ ਨੇ, ਚਾਹੇ ਉਹ ਢਾਬੇ ਨੇ, ਚਾਹੇ ਉਹ ਟੈਕਸ ਕਲੈਕਸ਼ਨ ਹੈ। ਹਾਂਜੀ ਹਾਂਜੀ। ਉਹਨਾਂ ਸਾਰਿਆਂ ਦੇ ਵਿੱਚ, ਜਾਂ ਠੇਕਾ ਦੇਣਾ ਕਿਸੇ ਨੂੰ ਕਿਸੇ ਚੀਜ਼ ਦਾ, ਜਾਂ ਕੋਈ ਚੀਜ਼ ਠੇਕੇ 'ਤੇ ਲੈਣੀ ਹੈ, ਜਾਂ ਕੋਈ ਉਸਾਰੀ ਕਰਨੀ ਹੈ, ਜਾਂ ਕੋਈ ਸੜਕਾਂ ਪੁਲ ਬਣਾਉਣੇ ਨੇ, ਉਹ ਕੋਈ ਵੀ, ਜਾਂ ਲੋਕਾਂ ਨੂੰ ਕੋਈ ਰਾਹਤ ਹੀ ਦੇਣੀ ਹੈ, ਉਹਦੇ ਵਿੱਚ ਸਾਰੇ ਪਾਸੇ ਉਹ ਕਹਿੰਦਾ ਇਹ 'ਚੋਂ ਮੇਰਾ ਕਿੰਨਾ ਹਿੱਸਾ ਹੋਊਗਾ, ਅਤੇ ਇਹਨੂੰ ਅਸੀਂ ਤਾਰੀਫ ਕਰਦੇ ਹਾਂ। ਸੋ ਇੱਕ ਤਾਂ ਵੱਡੀ ਗੱਲ ਭ੍ਰਿਸ਼ਟਾਚਾਰ ਦੀ ਇਹ ਸ਼ੁਰੂ ਹੋ ਗਈ। ਦੂਜੀ ਗੱਲ ਭ੍ਰਿਸ਼ਟਾਚਾਰ ਦੀ ਕਿਵੇਂ ਸ਼ੁਰੂ ਹੋਈ? ਕਿਉਂਕਿ ਪਰਿਵਾਰਵਾਦ ਹੋ ਗਿਆ। ਪਰਿਵਾਰਵਾਦ ਹੋਣ ਨਾਲ, ਮੈਨੂੰ ਇੱਕ ਸਿਆਸਤਦਾਨ ਨੇ, ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ, ਬੈਠੇ ਇੱਕ ਰੈਸਟ ਹਾਊਸ 'ਚ ਮੈਂ ਠਹਿਰਿਆ ਹੋਇਆ ਸੀ, ਉੱਥੇ ਉਹ ਵੀ ਠਹਿਰੇ ਹੋਏ ਸੀ, MP ਸੀ। ਉਹਨੇ ਮੈਨੂੰ ਦੇਖ ਲਿਆ, ਉਹ ਮੇਰੇ ਕਮਰੇ 'ਚ ਆ ਗਏ, ਅਤੇ ਮੈਂ ਕਿਹਾ ਜੀ ਇੱਦਾਂ ਦਾ। ਕਹਿੰਦੇ ਗਰਗ ਸਾਹਿਬ ਤੁਸੀਂ ਨਾ ਗੱਲ ਕਰਦੇ ਹੋ ਹੋਰ ਤਰ੍ਹਾਂ ਦੀ, ਤੁਸੀਂ ਤੁਹਾਡੇ ਵਰਗੇ ਸੱਚੇ ਸੁੱਚੇ ਬੰਦਿਆਂ ਨੂੰ ਇਹ ਜਿਹਾ ਹੀ ਲੱਗਦਾ। ਅਸਲ ਕੀ ਹੈ? ਜਦ ਕਹਿੰਦੇ ਅਸੀਂ ਵੋਟਾਂ ਖਰੀਦ ਕੇ ਜਿੱਤਣਾ ਅਤੇ ਫਿਰ ਅਸੀਂ ਲੋਕਾਂ ਦੀ ਕੀ ਕਰਨਾ? ਲੋਕਾਂ ਦਾ ਅਸੀਂ ਕੁਝ ਕਰ ਹੀ ਨਹੀਂ ਸਕਦੇ। ਕਹਿੰਦੇ ਪਹਿਲਾਂ ਫਰੀਦਕੋਟ 'ਚ ਸ਼ੁਰੂ ਹੋਇਆ ਸੀ, ਹੁਣ ਸਾਡੇ ਵੀ ਹੋ ਗਿਆ। ਹਾਂਜੀ, ਬੁਰੀ ਤਰ੍ਹਾਂ। ਅਤੇ ਉਹ ਮੈਨੂੰ ਲੱਗਿਆ ਵੀ ਸਿਆਸਤਦਾਨ ਉਹ ਸੱਚੀ ਮੁੱਚੀ ਉਹਨੇ ਸੱਚੀ ਗੱਲ ਕਹੀ।
ਹੁਣ ਕੀ ਹੋ ਗਿਆ, ਕਿਉਂਕਿ ਉਹ ਰਹਿਣੀ ਪਰਿਵਾਰ 'ਚ ਹੈ ਸਿਆਸਤ, ਲੋਕਾਂ 'ਚ ਤੁਹਾਡਾ ਆਧਾਰ ਨਹੀਂ ਹੈ ਉਸ ਤਰੀਕੇ ਦਾ। ਫਿਰ ਤੁਸੀਂ ਵੋਟਾਂ ਖਰੀਦ ਕੇ, ਪਰ ਤੁਹਾਨੂੰ ਇਹ ਵੀ ਪਤਾ ਵੀ ਜੇ ਪਾਵਰ 'ਚ ਆਤਾ ਤਾਂ ਅਸੀਂ ਸਾਡਾ ਵਪਾਰ ਚੱਲੂਗਾ, ਨਹੀਂ ਸਾਡੇ ਵਪਾਰ ਦੇ ਉੱਤੇ ਵੀ ਸ਼ਾਇਦ ਉਹਨਾਂ ਹਾਂਜੀ। ਦੀ ਇਮਾਨਦਾਰੀ ਤਾਂ ਉਸ ਤਰ੍ਹਾਂ ਦਾ ਨਹੀਂ ਰਿਹਾ। ਸੋ ਭ੍ਰਿਸ਼ਟਾਚਾਰ ਸਾਡੇ ਕਣ ਕਣ ਦੇ ਵਿੱਚ ਫਸ ਗਿਆ। ਜਿਹੜੇ ਮਰਜ਼ੀ ਦਫ਼ਤਰ 'ਚ ਜਾ ਰਹੋ, ਉੱਥੇ ਨਾ ਕੋਈ ਪਾਰਦਰਸ਼ਤਾ ਹੈ, ਨਾ ਕੋਈ ਜਵਾਬਦੇਹੀ ਹੈ, ਨਾ ਕੋਈ ਜ਼ਿੰਮੇਵਾਰੀ ਹੈ। ਤੇ ਦੂਜੀ ਗੱਲ, ਜੇ ਉਹ ਤੁਹਾਡਾ ਖਰਾਬ ਕਰਦੇ ਜਾਣਬੁੱਝ ਕੇ ਵੀ, ਉਹਨੂੰ ਕੋਈ ਸਜ਼ਾ ਦੇਣ ਨੂੰ ਤਿਆਰ ਨਹੀਂ, ਕਿਉਂਕਿ ਸਾਰੀ ਅਫਸਰਸ਼ਾਹੀ ਜਾਂ ਤਾਂ ਖੁਦ ਭ੍ਰਿਸ਼ਟ ਹੈ, ਤੇ ਜਾਂ ਉਹਨੂੰ ਐਕਸ਼ਨ ਲੈਣਾ ਨਹੀਂ ਆਉਂਦਾ, ਜਾਂ ਉਹ ਜ਼ਰੂਰਤ ਨਹੀਂ ਕਰਦੀ ਐਕਸ਼ਨ ਲੈਣ ਤੋਂ ਵੀ ਯਾਰ ਮੈਨੂੰ ਬਦਲੀ ਨਾ ਦੇਣ, ਮੈਨੂੰ ਸਜ਼ਾ ਹੀ ਨਾ ਦੇ ਦੇਣ, ਕਿਉਂਕਿ ਇਮਾਨਦਾਰ ਆਦਮੀ ਤੋਂ ਜ਼ਿਆਦਾ ਸਜ਼ਾ ਦਿੱਤੀ ਜਾਂਦੀ ਹੈ, ਕੋਰਟਾਂ 'ਚ ਕੇਸ ਪਾਸ ਦਿੱਤੇ ਜਾਂਦੇ ਨੇ। ਸੋ ਉਹ ਜਿਹੜਾ ਭ੍ਰਿਸ਼ਟਾਚਾਰ ਹੈ, ਉਹਨੂੰ ਸਾਰੇ ਅਦਾਰੇ, ਉਹ 'ਚ ਵਿਅਕਤੀ ਸਾਰੇ ਨਾ ਵੀ ਹੋਣ, ਸਾਰੇ ਅਦਾਰੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ 'ਤੇ ਇਹ ਦਰੁਸਤ ਠਹਿਰਾ ਰਹੇ ਨੇ। ਜਦ ਤੁਸੀਂ ਤੁਹਾਡੀਆਂ ਰਿਸ਼ਤੇਦਾਰੀਆਂ ਭ੍ਰਿਸ਼ਟਾਚਾਰ ਕਰਕੇ ਤੁਹਾਨੂੰ ਕਹਿੰਦੇ ਵਾਹ ਕਮਾਲ ਦਾ ਬੰਦਾ ਆ ਗਿਆ, ਵੱਡਾ ਬੰਦਾ ਆ ਗਿਆ, ਉਹ ਗੱਲ 'ਚ ਹਾਰ ਪਾਉਂਦੇ ਨੇ। ਤੁਹਾਨੂੰ ਸਮਾਜ ਦੇ ਲੋਕ ਉਹ ਵੀ ਗੱਲ 'ਚ ਹਾਰ ਪਾਉਂਦੇ ਨੇ, ਇਹ ਨਹੀਂ ਕਹਿੰਦੇ ਵੀ ਇਹ ਤਾਂ ਯਾਰ ਚੋਰੀ ਕਰਦਾ, ਇਹਦੇ ਵਾਸਤੇ ਆਪਾਂ ਕਿਉਂ ਇਹਦੇ ਕੋਲ ਨਹੀਂ ਆਪਾਂ ਹਾਰ ਵੋਲ ਪਾਉਣੇ। ਜਾਂ ਤੁਹਾਨੂੰ ਉਹ ਮੁੱਖ ਮਹਿਮਾਨ ਬਣਾਉਂਦੇ ਨੇ, ਤੇ ਜਿੱਥੇ ਕਿਸੇ ਗਰੀਬ ਦਾ ਕੋਈ ਜਾਂ ਕਿਸੇ ਦਾ ਹੱਕਦਾਰ ਬੱਚਿਆਂ ਨੂੰ ਮੰਨ ਲਓ ਸਰਟੀਫਿਕੇਟ ਬਣਨੇ ਵੀ ਬੱਚਾ ਫਸਟ ਆਇਆ, ਉੱਥੇ ਵੰਡ ਰਿਹਾ ਉਹ ਮੁੱਖ ਮਹਿਮਾਨ ਬਣ ਕੇ, ਜਿਹੜਾ ਖੁਦ ਭ੍ਰਿਸ਼ਟ ਹੈ, ਉਹ ਬੱਚੇ ਨੂੰ ਕੀ ਦੱਸੇਗਾ। ਸੋ ਇਸ ਕਰਕੇ ਸਾਡੇ ਸਿਸਟਮ ਦੇ ਵਿੱਚ ਭ੍ਰਿਸ਼ਟਾਚਾਰ ਪ੍ਰਤੀ ਜਿਹੜੀ ਘਿਰਣਾ ਸੀ, ਉਹ ਘਿਰਣਾ ਖਤਮ ਹੋ ਗਈ। ਹਾਂਜੀ। ਔਰ ਭ੍ਰਿਸ਼ਟਾਚਾਰ ਜਿਹੜਾ ਹੈ ਉਹ ਵੀ ਜਿਹੜਾ ਜੋ ਰੱਤ ਪੀਵੇ ਮਾਨਸਾ ਤਿੰਨ ਨਿਰਮਲ ਜੀਤ, ਇਹ ਵੀ ਲੋਕਾਂ ਦਾ ਖੂਨ ਚੂਸਣਾ ਹੈ। ਹਾਂਜੀ। ਹੁਣ ਉਹ ਭੁੱਖ ਜਿਹੜੀ ਹੈ, ਭੁੱਖ ਨਾ ਉਤਰੇ ਜੇ ਬੰਨਾ ਪੁੜੀਆਂ ਪਾਰ, ਉਹ ਭੁੱਖ ਇੰਨੀ ਵੱਧ ਗਈ ਕਿ ਇੰਨੀਆਂ ਤਨਖਾਹਾਂ ਥੱਬੇ ਨੋਟਾਂ ਦੇ ਮਿਲਦੇ ਨੇ। ਪ੍ਰਾਈਵੇਟ ਤਾਂ ਉਨੀ ਤਨਖਾਹ ਨਹੀਂ ਮਿਲਦੀ, ਸਰਕਾਰੀ ਤਾਂ ਨੋਟਾਂ ਦਾ ਕੋਈ ਹਿਸਾਬ ਹੀ ਨਹੀਂ ਹੈ, ਤੇ ਫਿਰ ਵੀ ਕੰਮ ਨਹੀਂ ਕਰਦੇ। ਕੰਮ ਆਉਂਦਾ ਵੀ ਨਹੀਂ ਹੁਣ ਤਾਂ ਨਵਿਆਂ ਨੂੰ ਤਾਂ, ਤੇ ਕੰਮ ਕਰਦੇ ਵੀ ਨਹੀਂ, ਤੇ ਪੈਸੇ ਲੈ ਕੇ ਜੋ ਮਰਜ਼ੀ ਪੁੱਠਾ ਕਰ ਦਿੰਦੇ ਨੇ। ਉਹਦੇ ਨਾਲ ਪੂਰੇ ਦਾ ਪੂਰਾ ਸਮਾਜ ਗਰਕੀ ਜਾ ਰਿਹਾ, ਕਿਉਂਕਿ ਜਿਹੜੇ ਮਾੜੇ ਮੋਟੇ ਕੰਮ ਆਪੇ ਠੀਕ ਹੋਣੇ ਸੀ, ਉਹ ਸਮਾਂ ਉਦੋਂ ਵੀ ਉਲਟੇ ਹੋਣ ਲੱਗ ਗਏ। ਇਹ ਮੈਂ ਕਈ ਵਾਰੀ ਸਕੂਲਾਂ ਦੇ ਬਾਰੇ ਉਦਾਹਰਨ ਦਿੰਦਾ ਹੁੰਦਾ ਵੀ ਜੇ 0% ਰਿਜ਼ਲਟ ਹੀ ਆਉਣਾ ਫਿਰ ਤਾਂ ਬੱਚੇ ਘਰ ਹੀ ਰਹਿ ਜਾਂਦੇ, ਉਹ 0% ਤਾਂ ਵੀ ਹੈਗੀ ਸੀ, ਸ਼ਾਇਦ ਉਹ ਕੋਈ ਪੜ੍ਹ ਹੀ ਲੈਂਦਾ ਘਰੇ ਰਹਿ ਕੇ। ਸੋ ਜਦ ਤੁਸੀਂ ਉਲਟਾ ਮਤ, ਜਿਹੜਾ ਦਰਜੀ ਉਲਟਾ ਕੱਪੜਾ ਕੱਟਣ ਵਾਲਾ ਤੁਸੀਂ ਡਾਲਿਆ, ਨਾਲੇ ਉਹਨੂੰ ਪੈਸੇ ਦਿੱਤੇ, ਨਾਲੇ ਉਹਨੇ ਕੱਪੜਾ ਖਰਾਬ ਕਰਤਾ। ਸੋ ਭ੍ਰਿਸ਼ਟਾਚਾਰ ਇਸ ਗੱਲ ਤੋਂ ਨਿਕਲ ਰਿਹਾ ਹੈ ਡਾਕਟਰ ਸਾਹਿਬ ਕਿ ਇੱਕ ਮਿੰਟ, ਭ੍ਰਿਸ਼ਟਾਚਾਰ ਇਸ ਗੱਲ ਦੇ ਉੱਤੇ ਹੈ ਕਿ ਅਸੀਂ ਜ਼ਿੰਮੇਵਾਰੀ ਖਤਮ ਕਰਤੀ, ਅਸੀਂ ਉਹਦੇ ਉੱਤੇ ਇਕੱਲੇ ਦੇ ਉੱਤੇ ਮੁਕੱਦਮਾ ਕਰਨ ਗਿੱਝ ਗਏ। ਉਹ ਚਾਹੇ ਇਮਾਨਦਾਰ ਹੈ ਚਾਹੇ ਝੂਠਾ, ਉਹਨੂੰ ਕਾਗਜ਼ੀ ਕਾਰਵਾਈ 'ਚ ਫਸਾ ਕੇ ਅਸੀਂ ਉਸ ਨੂੰ ਉਹ ਕਰਨਾ ਹੈ। ਅਸੀਂ ਭ੍ਰਿਸ਼ਟਾਚਾਰ ਖਤਮ ਕਰਨ ਦੀ ਬਜਾਏ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦਿਖਾਵਾ ਕਰਦੇ ਹਾਂ। ਇਹਦਾ ਵਾਸਤੇ ਸਭ ਤੋਂ ਪਹਿਲਾ ਜਿਹੜਾ ਮੈਨੂੰ ਦੁੱਖ ਹੋਇਆ 1975 'ਚ ਹੋਇਆ। ਸਾਡੇ ਮਾਨਯੋਗ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੇ ਕਿਹਾ ਇਹ ਕਰਪਸ਼ਨ ਇਜ਼ ਅ ਵਰਲਡ ਵਾਈਡ ਫੈਨੋਮੀਨਾ। ਮੈਨੂੰ ਸੱਚੀ ਮੁੱਚੀ ਐਂ ਲੱਗਿਆ ਵੀ ਜੇ ਦੇਸ਼ ਦੀ ਇੰਨੀ ਤਕੜੀ ਪ੍ਰਧਾਨ ਮੰਤਰੀ ਇਹ ਕਹਿ ਰਹੀ ਹੈ ਵੀ ਇਹ ਵਰਲਡ ਵਾਈਡ ਫੈਨੋਮੀਨਾ ਹੈ, ਮਤਲਬ ਉਹ ਨਿਹੱਥੀ ਹੋ ਗਈ ਇਹਦੇ ਸਾਹਮਣੇ, ਫਿਰ ਤਾਂ ਗੱਲ ਹੀ ਖਤਮ ਹੈ। ਇਹ ਕਹਿਣਾ ਕਿ ਹਾਂ ਹੈਗਾ, ਆਪਾਂ ਇਹਨੂੰ ਘਟਾਵਾਂਗੇ, ਆਪਾਂ ਜ਼ੋਰ ਲਾਵਾਂਗੇ, ਤੁਸੀਂ ਵੀ ਲੜੋ, ਤਾਂ ਮੰਨਣ ਵਾਲੀ ਗੱਲ ਹੈ। ਉਹ ਕਹੇ ਜੀ ਹੁਣ ਤਾਂ ਇਹ ਤਾਂ ਨਿਹੱਥੇ ਹੋਣ ਦੀ ਗੱਲ ਹੈ ਨਾ। ਸੋ ਇਸ ਕਰਕੇ ਉਦੋਂ ਤੋਂ ਇਹ ਭ੍ਰਿਸ਼ਟਾਚਾਰ ਲਗਾਤਾਰ ਵਧੀ ਜਾ ਰਿਹਾ ਹੈ, ਤੇ ਹੁਣ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਤੇ ਵੀ ਤੁਸੀਂ ਜਾ ਕੇ ਜੇ ਕੋਈ ਕੰਮ ਕਰਾਉਣਾ ਹੈ ਤੇ ਤੁਹਾਡਾ ਪੈਸਿਆਂ ਤੋਂ ਬਿਨਾਂ, ਵਾਧੂ ਪੈਸੇ ਦਿੱਤੇ ਤੋਂ ਬਿਨਾਂ, ਨਜਾਇਜ਼ ਆਰਾਮ ਦੇ ਪੈਸੇ ਦਿੱਤੇ ਤੋਂ ਬਿਨਾਂ ਤੁਹਾਡਾ ਕੋਈ ਕੰਮ ਹੋਏਗਾ। ਹਾਂਜੀ। ਮੈਨੂੰ ਨਾ 35 ਸਾਲ ਪੁਰਾਣੀ ਇੱਕ ਗੱਲ ਜਿਹੜੀ ਨਾ 35-40 ਸਾਲ ਹੀ ਹੋ ਗਏ ਹੁਣ ਜੀ। ਯਾਦ ਆਉਂਦੀ ਹੈ। ਅਸੀਂ ਇੱਕ ਫਰਦ ਮੇਰੇ ਭਰਾ ਨੇ ਲੈਣੀ ਸੀਗੀ, ਤਾਂ ਮੈਂ ਵੀ ਉਹਦੇ ਨਾਲ ਗਿਆ। ਉਹਨੇ ਜੀ ਪਟਵਾਰੀ ਨੂੰ ਪੈਸੇ ਦਿੱਤੇ। ਫਰਦ ਦੀ ਜਿਹੜੀ ਉਹਨਾਂ ਦਿਨਾਂ 'ਚ 4 ਜਾਂ 5 ਰੁਪਏ ਜਾਂ ਮੇਰੇ ਖਿਆਲ 2 ਰੁਪਏ ਫੀਸ ਸੀਗੀ, ਐਗਜ਼ੈਕਟ ਮੇਰੇ ਇਸ ਵੇਲੇ ਯਾਦ। ਉਹਨੇ ਉਹਨੂੰ ਜਾਂ 30 ਰੁਪਏ ਦਿੱਤੇ ਜਾਂ 40 ਕੁਛ ਦਿੱਤੇ। ਮੈਂ ਕਿਹਾ ਵੀ ਫਰਦ ਤਾਂ ਆਪਾਂ ਇੰਨੇ ਦੀ ਲੈਣੀ ਸੀਗੀ ਤੇ ਤੂੰ ਇੰਨੇ ਪੈਸੇ ਵੱਧ ਦਿੱਤੇ। ਕਹਿੰਦਾ ਜੀ ਇਹਦੇ 'ਚ ਵੀ ਗੱਲ ਹੈ। ਇਹਨੂੰ ਕਹਿੰਦਾ ਵੀ ਮੇਰੀ ਫਰਦ ਦੇ, ਇਹ ਮੈਨੂੰ ਕਹਿੰਦਾ ਵੀ ਤੂੰ ਕੱਲ੍ਹ ਆਈ ਜਾਂ ਪਰਸੋਂ ਆਈ। ਮੈਂ ਫੇਰ ਆਉਂਦਾ, ਇਹ ਫੇਰ ਉਹਨਾਂ ਮੈਨੂੰ ਮਿਲਦਾ। ਮੈਂ ਇੰਨੇ ਕਿਲੋਮੀਟਰ ਤੋਂ ਆਉਣਾ ਸੀ, ਇੰਨਾ ਮੇਰਾ ਤੇਲ ਬਲਦਾ, ਇਸ ਕਰਕੇ ਹੁਣ ਇਹ ਮੇਰਾ ਗੇੜਾ ਨਹੀਂ ਲਵਾਏਗਾ, ਤੇ ਇਸ ਕਰਕੇ ਮੈਨੂੰ ਪੈਸੇ ਦੇ ਦਿੱਤੇ, ਮੈਨੂੰ ਫਰਦ। ਮਤਲਬ ਇੱਕ ਈਜੀ ਵੇ। ਇੱਕ ਹੋਰ ਮੈਂ ਤੈਨੂੰ ਇਹਦੇ 'ਚ ਦੱਸਦਾ, ਕਿਸੇ ਨੇ ਟਰਾਂਸਫਰ ਦੇ ਮਾਮਲੇ ਦੇ ਵਿੱਚ ਵੀ ਇਵੇਂ ਚੱਲਣ ਲੱਗਾ ਵੀ ਕੋਈ 50 ਕਿਲੋਮੀਟਰ ਤੇ ਜਾਂਦਾ, 100 ਕਿਲੋਮੀਟਰ ਤੇ ਜਾਂਦਾ, ਉਹ ਸੋਚਦਾ ਵੀ ਵਿਚਲੇ ਬੰਦੇ ਵੀ ਇੰਨੇ ਤੇਰਾ ਸਾਲ ਦਾ ਖਰਚਾ ਆਉਂਦਾ, ਇੰਨੇ ਪੈਸੇ ਦੋ, ਇਹਦੇ ਨਾਲ ਤੇਰਾ ਪੈਸੇ ਬਚ ਜਾਣਗੇ। ਇਹ ਗੱਲ ਹੈ, ਇਹ ਡਿਫਰੈਂਸ਼ੀਏਸ਼ਨ ਕਿੱਥੇ ਆ ਗਈ? ਹਾਂ। ਮੈਂ ਬਸ ਇਸੇ ਗੱਲ 'ਚ ਕਹਿਣਾ, ਜਦ ਤੁਸੀਂ ਦੋ ਵਿਸੰਗਤੀਆਂ ਪੈਦਾ ਕਰਤੀਆਂ,
ਵੀ ਇੱਕ ਬੰਦਾ ਜਿਹੜਾ ਸ਼ਹਿਰ ਦੇ 8 ਕਿਲੋਮੀਟਰ 'ਚ ਲੱਗਿਆ ਹੈ, ਉਹਨੂੰ ਤਾਂ ਸ਼ਹਿਰ ਵਾਲਾ ਕਿਰਾਇਆ ਮਿਲ ਜਾਣਾ ਹਾਊਸ ਰੈਂਟ। ਜਿਹੜਾ 50 ਕਿਲੋਮੀਟਰ 'ਤੇ ਲੱਗਿਆ ਨਾਲ ਤਾਂ ਉਹਦਾ ਕਿਰਾਇਆ ਵੱਧ ਲੱਗਣਾ, ਉਹਨੂੰ ਹਾਊਸ ਰੈਂਟ ਮਿਲਣਾ ਨਹੀਂ, ਨਾਲੇ ਉਹਨੂੰ ਕਿਸੇ ਨੇ ਪੁੱਛਣਾ ਨਹੀਂ। ਇਹ ਮੈਂ ਕਿਉਂ ਕਹਿਣਾ? 2 ਜਗ੍ਹਾ 'ਤੇ ਅਸੀਂ ਕਿਹਾ। ਇੱਕ ਤਾਂ 1978 ਦੇ ਵਿੱਚ ਅਸੀਂ ਅਕਾਲੀ ਜਨਤਾ ਸਰਕਾਰ ਸੀ, ਉਹਦੇ ਵਿੱਚ ਮਿਨਿਸਟਰ ਸੀਗੇ ਦੇਸਰਾਜ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜਿਹੜਾ ਡਾਕਟਰ ਇੱਥੇ ਆਪਦਾ ਕੰਮ ਕਰਾਉਣ ਸੈਕਟਰੀਏਟ ਆਊਗਾ, ਆਪੇ ਕੰਮ ਨਹੀਂ ਹੁੰਦਾ, ਅਤੇ ਫਿਰ ਮੈਂ ਕਿਹਾ ਉਹ ਰੋਜ਼ ਤਾਂ ਆਪਦੇ ਪੈਸੇ ਖਰਚਣੋਂ ਰਿਹਾ, ਇੱਥੇ ਬਾਬੂ ਨੂੰ ਪੈਸੇ ਦੇ ਕੇ ਜਾਏਗਾ, ਯਾਰ ਮੈਨੂੰ ਆਪੇ ਕਰਨੀ, ਉਹਨੂੰ 500 ਰੁਪਏ ਦੇਗਾ, ਉਹ 500 ਰੁਪਏ ਤੋਂ ਬਹੁਤ ਵੱਡੀ ਗੱਲ ਸੀ, ਸੌਰੀ 100 ਰੁਪਏ ਦੇਗਾ ਅਗਲਾ, ਉਹਨੂੰ ਦੱਸੀ ਜਾਏਗਾ। ਫਿਰ ਅਸੀਂ ਇਹ ਗੱਲ ਜਿਹੜੀ ਸੀ ਬਾਦਲ ਸਾਹਿਬ ਦੀ ਸਰਕਾਰ 'ਚ ਮੈਂ ਕਿਹਾ, ਮੈਂ ਜੀ ਜਿਹੜਾ ਬੰਦਾ ਦਨੇਰੇ ਲੱਗਿਆ ਮਾਸਟਰ ਆਉਂਦਾ ਰਹਿੰਦਾ ਤਾਂ ਉਹ ਪਠਾਨਕੋਟ ਹੈ, ਜਦ ਤੱਕ ਤੁਸੀਂ ਉਹਨੂੰ ਕਹੋ ਉੱਥੇ ਰਹਿਣਾ ਪਊਗਾ, ਉੱਥੇ ਰਹਿਣ ਵਾਸਤੇ ਤੁਸੀਂ ਤਿਆਰ ਨਹੀਂ, ਕਿਉਂਕਿ ਤੁਹਾਡੇ ਆਪਣੇ ਬੱਚੇ ਨੇ। ਹੁਣ ਉਹ ਦਨੇਰੇ ਜਾਂਦਾ ਹੈ, ਕਿਰਾਇਆ ਲਾਉਂਦਾ ਹੈ, ਕੱਪੜੇ ਫਟਦੇ ਨੇ, ਉਹਦੇ ਮਿੱਟੀ ਪੈਂਦੀ ਹੈ। ਫਿਰ ਉਹ ਜੇ ਉਹ ਨਾ ਜਾਵੇ ਤੇ ਉਹਦੇ ਬਚ ਗਏ, ਪੁੱਛਣਾ ਉਹਨੂੰ ਕਿਸੇ ਨੇ ਹੈ ਨਹੀਂ। ਫਿਰ ਉਹ ਡੀਓ ਨੂੰ ਪੈਸੇ ਦੇ ਕੇ ਕਹਿੰਦਾ ਵੀ ਮੈਂ ਨਾ ਐਵੇਂ ਕਿਸੇ ਨੂੰ ਉੱਥੇ ਲਾ ਦੂੰਗਾ, ਤੂੰ ਪੜ੍ਹਾਈ ਜਾਇਆ ਕਰ, ਮੈਂ ਜਾਣਾ ਨਹੀਂ। ਫਿਰ ਉਹ ਬਦਲੀ ਕਰਾਉਣ ਵਾਸਤੇ ਪੈਸੇ ਦਿੰਦਾ ਵੀ ਪਠਾਨਕੋਟ ਤੋਂ ਤਨਖਾਹ ਵੀ ਵੱਧ ਹੈ। ਤਾਂ ਉਦੋਂ ਦੀ ਸੈਕਟਰੀ ਕਹਿਣ ਲੱਗੀ, ਨਹੀਂ ਜੀ ਅਸੀਂ ਉਹਨਾਂ ਨੂੰ ਫਲਾਣਾ ਦਿੰਦੇ ਹਾਂ, ਫਲਾਣਾ ਅਲਾਊਂਸ ਦਿੰਦੇ ਹਾਂ, ਜੋ ਮੈਨੂੰ ਕਿਸੇ ਦਾ ਸਟਾਈਲ ਹੁੰਦਾ ਹੈ। ਮੈਂ ਆਖਿਆ ਸਰ ਮੈਨੂੰ ਐਂ ਨਹੀਂ ਪਤਾ ਵੀ ਇਹ ਮੈਡਮ ਜਿਹੜਾ ਕਹਿੰਦੇ ਨੇ ਫਲਾਣਾ ਦਿੰਦੇ ਹਾਂ ਫਲਾਣਾ ਦਿੰਦੇ ਹਾਂ, ਇਹ ਮੈਨੂੰ ਐਂ ਦਿਖਾ ਦੇਣ ਵੀ ਜਿਹੜਾ ਦਨੇਰੇ ਲੱਗਿਆ ਮਾਸਟਰ ਉਹਦੀ ਤਨਖਾਹ ਪਠਾਨਕੋਟ ਲੱਗੇ ਨਾਲੋਂ ਵੱਧ ਹੈ, ਸਾਰਾ ਕੁਝ ਰਲਾ ਕੇ। ਫਿਰ ਦੇਖਣੋ। ਸੋ ਇਸ ਕਰਕੇ ਸਾਡੇ ਸਿਸਟਮ ਦੇ ਵਿੱਚ ਕੀ ਕਰਤਾ ਤੁਸੀਂ ਇਹੋ ਜਿਹੀਆਂ ਵਿਸੰਗਤੀਆਂ ਪੈਦਾ ਕਰਤੀਆਂ। ਜਿਵੇਂ ਕਿਸੇ ਜ਼ਮਾਨੇ ਦੇ ਵਿੱਚ ਪਿੰਡਾਂ ਦੇ ਵਿੱਚ ਸਸਤੇ ਮਕਾਨ ਮਿਲ ਜਾਂਦੇ ਸੀ, ਸ਼ਹਿਰਾਂ ਦੇ ਵਿੱਚ ਜਿਹੜਾ ਰਹਿੰਦੇ ਸ਼ਹਿਰ 'ਚ, ਉਹ ਪਿੰਡ ਵਾਲਾ ਮੁਲਾਜ਼ਮ ਬਹੁਤੇ ਪਿੰਡਾਂ 'ਚ ਰਹਿੰਦੇ ਸੀ, ਤੇ ਸ਼ਹਿਰਾਂ ਨੂੰ ਵਿਸ਼ੇਸ਼ ਕੰਪਨਸੇਟਰੀ ਅਲਾਊਂਸ ਫਲਾਣਾ ਦਿੱਤਾ ਜਾਂਦਾ ਸੀ। ਹੁਣ ਕਿਉਂਕਿ ਪਿੰਡਾਂ 'ਚ ਸਸਤਾ ਮਿਲ ਜਾਂਦਾ ਸੀ ਮਾਲ, ਹੁਣ ਉਲਟਾ ਹੋ ਗਿਆ, ਰਹਿਣਾ ਤਾਂ ਪਿੰਡ ਵਾਲੇ ਨੇ ਵੀ ਸ਼ਹਿਰ 'ਚ ਹੈ, ਤੇ ਉਹ ਸ਼ਹਿਰ ਵਾਲੇ ਨੂੰ ਤੁਸੀਂ ਨਾਲ ਵਾਧੂ ਪੈਸੇ ਵੀ ਦੇ ਰਹੇ ਹੋ, ਤੇ ਉਹ ਅਗਲਾ ਕਹਿੰਦਾ ਹੋਈ ਤਾਂ ਹੋਰ ਵੀ ਜ਼ਿਆਦਾ ਚੰਗਾ, ਉਹਦੇ ਉੱਥੇ ਹਸਪਤਾਲ ਵੀ ਚੰਗਾ, ਜਿਹੋ ਜਿਹਾ ਵੀ ਹੈ ਪਿੰਡ ਨਾਲ ਤਾਂ ਬੈਟਰ ਹੀ ਹੈ, ਸਕੂਲ ਵੀ ਥੋੜ੍ਹਾ ਬੈਟਰ ਹੈ, ਜਾਣ ਆਉਣ ਦੇ ਖਰਚੇ ਵੀ ਘੱਟ, ਉੱਥੇ ਪਾਣੀ ਵੀ ਸਸਤਾ, ਬਿਜਲੀ ਵੀ ਸਸਤੀ, ਤੇ ਉਹ ਕਿਉਂ ਨਹੀਂ ਫਿਰ ਆਏਗਾ? ਸੋ ਤੁਸੀਂ ਜਿਹੜੇ ਕਾਨੂੰਨ ਬਣਾਏ ਨੇ, ਜਿਹੜਾ ਸਮਾਜ ਤੁਸੀਂ ਬਣਾਇਆ ਪ੍ਰਸ਼ਾਸਨ ਦਾ, ਉਹਦੇ ਵਿੱਚ ਤੁਸੀਂ ਨਾ ਪੱਖੀ ਬਦਲਾਅ ਕਰਦੇ ਗਏ, ਆਪਦੇ ਹਿੱਤ 'ਚ ਕਰਦੇ ਗਏ, ਜਿਹਦੇ ਕਰਕੇ ਹੋਇਆ। ਦੂਜਾ ਇੱਕ ਹੋਰ ਮੈਂ ਦੱਸਾਂਗਾ, ਬੜੇ ਲੋਕਾਂ ਨੂੰ ਮੈਂ ਇਹ ਕਿਉਂਕਿ ਉਸ ਫੇਸ 'ਚੋਂ ਲੰਘਿਆ। ਕੋਈ ਜ਼ਮਾਨਾ ਸੀ ਜਦ ਦਫ਼ਤਰ 1:30 ਵਜੇ ਗਰਮੀਆਂ 'ਚ ਬੰਦ ਹੋ ਜਾਂਦੇ ਸੀ। ਇਹ IAS ਅਫਸਰ ਨੇ ਕਿਉਂਕਿ ਲੇਟ ਉੱਠਣਾ ਹੁੰਦਾ, ਉਦੋਂ ਫਿਰ ਲੱਗਦੇ 7:30 ਵਜੇ ਸੀ। ਇਹਨਾਂ ਨੇ ਉੱਠਣਾ ਹੁੰਦਾ ਲੇਟ, ਰਾਤ ਨੂੰ ਖੋਲ੍ਹਦੇ ਨੇ, ਖੇਡਦੇ ਨੇ ਗੋਲਫ, ਕੋਈ ਸ਼ਰਾਬ ਪੀਂਦਾ। ਇਹਨਾਂ ਨੇ ਕਰ ਲਿਆ ਵੀ 9 ਤੋਂ 5 ਹੋਣਗੇ। ਭਾਈ 9 ਤੋਂ 5 ਤਾਂ ਸਰਦੀ 'ਚ 5 ਵਜੇ ਹਨੇਰਾ ਹੋ ਜਾਂਦਾ, ਗਰਮੀ ਦੇ ਵਿੱਚ ਜਿਹੜਾ ਹੈ ਉਹ 9 ਤੋਂ 5 ਕਰਨਾ, ਸਵੇਰੇ 9 ਵਜੇ ਦੁਪਹਿਰਾ ਹੋ ਜਾਂਦਾ ਇੱਕ ਕਿਸਮ ਦਾ। ਸੋ ਇਹ 9 ਤੋਂ 5 ਦਾ ਕਿੱਥੋਂ ਦਾ? ਇਹ ਨਾ ਸਿਹਤ ਵਾਸਤੇ ਚੰਗਾ ਹੈ। ਦੁਪਹਿਰ ਵੇਲੇ ਘੰਟਾ ਆ ਕੇ ਬੰਦਾ ਸੌਂ ਲਏ ਤਾਂ ਜਿਹੜਾ ਦੁਪਹਿਰ ਤੋਂ ਬਾਅਦ ਦਾ ਸਮਾਂ ਹੈ ਉਹ ਬੜਾ ਤਾਜ਼ਾ ਹੁੰਦਾ ਸਰੀਰ ਦਾ। ਸੋ ਇਹਨਾਂ ਨੇ ਆਪਦੀ ਸਹੂਲਤ ਵਾਸਤੇ ਇੱਕ ਤਾਂ ਸਿਸਟਮ ਖਰਾਬ ਕਰਤਾ। ਦੂਜਾ, ਉਹਦੇ 'ਚ ਇੱਕ ਹੁੰਦੀ ਆ ਪਹਿਰਾ, ਚੌਕਸੀ, ਉਹ ਚੌਕਸੀ ਖਤਮ ਕਰਤੀ। ਚੌਕਸੀ ਦੇ ਨਾਂ 'ਤੇ ਜਿਹੜਾ ਬੰਦਾ ਇਹਨਾਂ ਨੂੰ ਅੱਖਾਂ ਦਿਖਾਉਂਦਾ ਵੀ ਤੁਸੀਂ ਰਿਸ਼ਵਤ ਲੈ ਲਈ, ਉਲਟਾ ਉਹਦੇ ਕੇਸ ਬਣਾਉਂਦੇ ਨੇ। ਜਿਹੜਾ ਇਹਨਾਂ ਨੂੰ ਕੋਈ ਮਾੜਾ ਮੋਟਾ ਪੰਜ-ਚਨ ਕਰਦਾ ਵੀ ਨਹੀਂ ਆਹ ਕੰਮ ਠੀਕ ਨਹੀਂ ਤੁਸੀਂ ਕਰ ਰਹੇ, ਪੁਆਇੰਟ ਆਊਟ ਕਰਦਾ ਕਿਉਂਕਿ ਪੈਸੇ ਲੈ ਕੇ ਗਲਤ ਕੰਮ ਕਰਦੇ ਨੇ, ਉਹਨੂੰ ਸਜ਼ਾ ਦਿੰਦੇ ਨੇ। ਸੋ ਅਸੀਂ ਸਾਰੇ ਜਿਹੜੇ ਹਥਿਆਰ ਨੇ ਪ੍ਰਸ਼ਾਸਨ ਦੇ, ਜਿਹੜੇ ਚੰਗੇ ਕੰਮਾਂ ਵਾਸਤੇ ਬਣਾਏ ਸੀ, ਉਹਨਾਂ ਨੂੰ ਪੁੱਠੇ ਕੰਮਾਂ ਵਾਸਤੇ ਵਰਤਣ ਲੱਗ ਗਏ। ਅਸੀਂ ਜਿਹੜਾ ਚਾਕੂ ਸਰਜਨ ਨੂੰ ਫੜਾਇਆ ਸੀ ਸਰਜਰੀ ਕਰਨ ਵਾਸਤੇ, ਉਹ ਬੁੱਚਰੀ ਕਰਨ ਲੱਗ ਗਿਆ, ਉਹ ਲੋਕਾਂ ਦੇ ਗਲੇ ਕੱਟਣ ਲੱਗ ਗਿਆ। ਤੇ ਇਹਨੂੰ ਬਦਲਣਾ ਪਊ, ਇਹ ਸਾਰੇ ਢਾਂਚੇ ਨੂੰ, ਢਾਲੇ ਨੂੰ ਬਦਲਣਾ ਪਊ। ਉਹ ਕੀ? ਉਹਦੇ ਵਿੱਚ ਇੱਕ ਤਾਂ ਪ੍ਰਾਈਵੇਟ 'ਚ ਤਨਖਾਹਾਂ ਬਹੁਤ ਥੋੜ੍ਹੀਆਂ, ਸਰਕਾਰੀ 'ਚ ਬਹੁਤ ਜ਼ਿਆਦਾ। ਅਗਲਾ ਰਿਸ਼ਵਤ ਦੇ ਕੇ ਫਿਰ ਨੌਕਰੀ ਲਊਗਾ, ਉਹ ਠੱਗੀ ਨਾਲ, ਚੋਰੀ ਨਾਲ। ਦੂਜਾ ਆਹ ਸਹਾਇਕ ਪ੍ਰੋਫੈਸ਼ਨ ਦੀਆਂ ਹੋਈਆਂ ਨੇ, ਸਾਰੇ ਹੀ ਠੱਗੀ ਚੋਰੀ ਚੱਲੀ ਹੈ। ਪਰ ਇੱਕ ਇਮਾਨਦਾਰ ਮੰਤਰੀ ਕਹਿੰਦਾ ਵੀ ਇੱਥੇ ਤੱਕ ਨਾ ਕੁਛ ਹੋਇਆ ਹੀ ਨਹੀਂ, ਬਹੁਤ ਹੀ ਵਧੀਆ ਹੋਇਆ। ਹੁਣ ਫਿਰ ਭ੍ਰਿਸ਼ਟਾਚਾਰ ਨੂੰ ਕਿਵੇਂ ਰੋਕੂ? ਉਹ ਮੰਤਰੀ ਤਾਂ ਕਹਿੰਦਾ ਵੀ ਮੈਂ ਭ੍ਰਿਸ਼ਟਾਚਾਰ ਨਹੀਂ ਹੋਣ ਦੇਣਾ, ਤਾਂ ਉਹਨੇ ਤਾਂ ਆਪ ਹੀ ਭ੍ਰਿਸ਼ਟਾਚਾਰ ਦਾ ਸਮਰਥਨ ਕਰਤਾ। ਜਿਹੜੇ ਗਰੁੱਪ ਨਾਲ, ਉਹ ਗਰੁੱਪ ਨੇ ਨਹੀਂ ਬੋਲਿਆ ਵੀ ਭਾਈ ਇਹ ਤਾਂ ਭ੍ਰਿਸ਼ਟਾਚਾਰ ਬਹੁਤ ਹੈ। ਸੋ ਜਦ ਤੁਸੀਂ ਭ੍ਰਿਸ਼ਟਾਚਾਰ ਜਿਹੜਾ ਹੋਇਆ ਹੈ, ਜਿਹੜਾ ਸਾਹਮਣੇ ਦਿਖਦਾ ਹੈ, ਉਹਨੂੰ ਤੁਸੀਂ ਦੁੱਧ ਤੋਂ ਤਾਂ ਕਹਿ ਰਹੇ ਹੋ, ਫਿਰ ਭ੍ਰਿਸ਼ਟਾਚਾਰ ਵਧੂਗਾ ਕਿਉਂ ਨਹੀਂ? ਹੁਣ ਤੁਹਾਡਾ ਅਗਲਾ ਸਵਾਲ ਸੀ। ਹਾਂ ਚਲੋ ਤੁਸੀਂ ਕਰੋ। ਇਹਦੇ 'ਚ ਮੈਨੂੰ ਪਤਾ ਲੱਗਾ ਵੀ ਬਹੁਤ ਸਾਰੀਆਂ ਪਟੀਸ਼ਨਾਂ ਹੋਈਆਂ ਹਾਈ ਕੋਰਟ 'ਚ, ਜਿਹੜੀਆਂ ਅਸਿਸਟੈਂਟ ਪ੍ਰੋਫੈਸਰਾਂ ਦੀ ਸਿਲੈਕਸ਼ਨ ਦੇ ਮੁੱਦੇ ਤੇ। ਇਹਦੇ 'ਚ ਕਿੱਧਰ ਨੂੰ ਜਾਊਗੀ ਸਿਲੈਕਸ਼ਨ? ਦੇਖੋ ਗੱਲ ਤੱਕ ਕਿਧਰੇ ਮਰਦੀ ਜਾਵੇ, ਪਹਿਲੀ ਗੱਲ ਇਹ ਆ ਵੀ ਮੈਂ ਕਿਉਂਕਿ ਆਪਾਂ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਗੱਲ ਕਰਦੇ ਹਾਂ, ਜੇ ਇਹ ਭ੍ਰਿਸ਼ਟਾਚਾਰ ਨੂੰ ਰੋਕਣਾ ਸੀ, ਮੈਂ ਕਹਿੰਦਾ ਜਮਾਂ ਹੀ ਉਹ ਝੂਠ ਦੋਸ਼ ਹੋਣ, ਹਾਲਾਂਕਿ ਝੂਠ ਹੈ ਨਹੀਂ,
ਵੀ ਤੁਸੀਂ 12ਵੀਂ ਵਾਲਾ ਪੇਪਰ ਚੱਕ ਕੇ ਪਾਤਾ, ਜਿਹੜੇ 12ਵੀਂ ਨੂੰ ਪੜ੍ਹਾਉਣ ਵਾਲੇ ਨੇ ਉਹਨਾਂ ਦਾ ਪੇਪਰ MSc ਨੂੰ ਪੜ੍ਹਾਉਣ ਵਾਲਿਆਂ ਵਾਸਤੇ ਪਾਤਾ, ਇਦੋਂ ਜਾਤੀ ਕੋਈ ਹੋ ਨਹੀਂ ਸਕਦੀ, ਤੁਸੀਂ ਪੇਪਰ ਲੀਕ ਕਰਤਾ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਜਦ ਰੌਲਾ ਇੰਨਾ ਪੈ ਗਿਆ, ਮਾਨਯੋਗ ਹਾਈ ਕੋਰਟ ਨੇ ਉਹ ਰਿਟਾਂ ਡਿਸਮਿਸ ਨਹੀਂ ਕਰੀਆਂ, ਤੁਹਾਨੂੰ ਨੋਟਿਸ ਜਾਰੀ ਕਰਤਾ ਤੇ ਤੁਸੀਂ ਅਪਾਇੰਟਮੈਂਟਾਂ ਨਹੀਂ ਕਰਨੀਆਂ ਸੀ। ਤੁਸੀਂ ਕਾਹਲੀ ਕਰੀ ਅਪਾਇੰਟਮੈਂਟਾਂ ਕਰਨ ਦੀ, ਜਿਸ ਤੋਂ ਪਤਾ ਲੱਗਦਾ ਹੈ ਵੀ ਤੁਸੀਂ ਕੋਈ ਹੇਰਾਫੇਰੀ ਕਰੀ ਹੈ। ਦੂਜਾ, ਫਿਰ ਤੁਸੀਂ ਕਾਹਲੀ ਕਰਕੇ ਅਪਾਇੰਟਮੈਂਟਾਂ ਦੀ, ਉਦੋਂ ਬਾਅਦ ਤੁਸੀਂ ਬਿਆਨ ਦਿੰਦੇ ਹੋ ਕਿ ਹੇਰਾਫੇਰੀ ਹੋਈ ਨਹੀਂ। ਤੁਸੀਂ ਕਿਹੜਾ ਮੀਟਰ ਲਾਇਆ ਸੀ ਵੀ ਹੇਰਾਫੇਰੀ ਨਹੀਂ ਹੋਈ? ਜਿਹੜੇ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਉਹ ਦੱਸਣ ਵੀ ਮੈਂ ਆਹ ਚੀਜ਼ਾਂ ਚੈੱਕ ਕਰੀਆਂ ਨੇ, ਪਬਲਿਕ ਜ਼ਿਕਰ ਕਰ ਲੈਣਾ ਫਿਰ ਵੀ ਮੈਂ ਦੇਖੋ ਆਹ ਚੈੱਕ ਕਰਿਆ, ਇਹਨਾਂ ਦਾ ਆਬਜੈਕਸ਼ਨ ਸੀ, ਆਹ ਪਿਆ ਸਾਹਮਣੇ। ਇੱਧਰ ਤਾਂ ਯਾਰ ਇਹ ਜਿਹੜਾ ਨਰਿੰਦਰ ਤੋਮਰ ਸੀ, ਉਹਨੇ ਸੱਚਾ ਕਿਹਾ ਝੂਠਾ ਕਿਹਾ, ਅਖਬਾਰ 'ਚ ਦਿੱਤਾ ਵੀ ਕਿਸਾਨ ਆਹ ਕਹਿੰਦੇ ਨੇ, ਅਸੀਂ ਆਹ ਕਹਿੰਦੇ ਹਾਂ। ਫਿਰ ਸਾਡੇ ਵਰਗੇ ਨੂੰ ਮੌਕਾ ਮਿਲ ਗਿਆ ਵੀ ਨਰਿੰਦਰ ਤੋਮਰ ਜੀ ਗਲਤ ਬਿਆਨੀ ਕਰ ਰਹੇ ਨੇ ਕਹਿਣ ਦਾ। ਇਹ ਤਾਂ ਮੰਤਰੀ ਨੇ ਪਾਲਾ ਹੀ ਸਾਫ਼ ਕਰਤਾ, ਬੋਰਡ ਹੀ ਸਾਫ਼ ਕਰਤਾ, ਇਹ ਕਹਿ ਕੇ ਲਿਖਿਆ ਕੁਛ ਨਹੀਂ ਬਾਤ, ਕਹਿੰਦੇ ਇੱਥੇ ਤਾਂ ਹੇਰਾਫੇਰੀ ਹੋਈ ਨਹੀਂ। ਔਰ ਜੇ ਤੁਸੀਂ ਬਿੱਲੀ ਨੂੰ ਦੁੱਧ ਹੀ ਰੱਖੀ ਬਿਠਾਓਗੇ ਬਚੂ ਕਿਵੇਂ? ਉਸੇ ਸੈਕਟਰੀ ਨੂੰ ਲਾਤਾ ਜਿਹੜਾ ਸੈਕਟਰੀ ਇਹਦੇ 'ਚ ਸ਼ਾਮਲ ਹੈ ਸਾਰੇ ਕਾਸੇ 'ਚ ਪੇਪਰ ਹੋਣ 'ਚ। ਆਪ ਬੇਈਮਾਨ ਨਾ ਵੀ ਹੋਵੇ ਪਰ ਪੇਪਰਾਂ 'ਚ ਤਾਂ ਗੜਬੜ ਹੋਈ ਹੈ ਨਾ। ਸੋ ਇਸ ਕਰਕੇ ਹਾਈ ਕੋਰਟ ਨੇ ਰੋਕਤਾ, ਪੰਜਾਬੀ ਦਾ ਰਿਜ਼ਲਟ ਫੇਰ ਕੱਢਦਾ। ਪਰਸੋਂ ਮੈਂ ਆਪ ਦੇਖਿਆ, ਕੱਲ੍ਹ ਮੇਰੇ ਕੋਲ ਪਿਆ, ਇੱਥੋਂ ਤਾਂ ਮੈਂ ਦੇ ਦਾਂਗਾ, ਤੁਹਾਨੂੰ ਭੇਜ ਦਾਂਗਾ। ਉਹਦੇ ਵਿੱਚ ਪਹਿਲਾ ਸੈਂਟੈਂਸ ਪੰਜਾਬੀ ਵਾਲਿਆਂ ਨੇ ਪੰਜਾਬੀ ਦਾ ਰਿਜ਼ਲਟ ਕੱਢਿਆ, ਪਹਿਲਾ ਵਾਕ ਜਿਹੜਾ ਹੈਗਾ ਉਹ ਸਾਰੀ ਗਲਤ ਹੈ। ਜਿਨ੍ਹਾਂ ਨੂੰ ਪੰਜਾਬੀ ਦਾ ਇੱਕ ਵਾਕ ਨਹੀਂ ਲਿਖਣਾ ਆਉਂਦਾ ਉਹ ਸਹਾਇਕ ਪ੍ਰੋਫੈਸਰ ਦੀ ਚੋਣ ਕਰ ਰਹੇ ਨੇ। ਜਿਨ੍ਹਾਂ ਨੂੰ ਅੰਗਰੇਜ਼ੀ ਦਾ ਉੱਥੇ ਲਿਖਿਆ ਨਾਟ ਐਨਫ ਸਟੂਡੈਂਟ ਫਾਊਂਡ, ਪਤਾ ਨਹੀਂ ਕੁਡ ਵੀ, ਹਾਂ ਫਾਊਂਡ, ਨਾਟ ਐਨਫ ਸਟੂਡੈਂਟ ਫਾਊਂਡ, ਮੈਂ ਤੱਕ ਦੇ ਸੁਣਿਆ ਨਹੀਂ ਵੀ ਇਹੀ ਜੀ ਕੋਈ ਅੰਗਰੇਜ਼ੀ ਵੀ ਹੁੰਦੀ ਹੈ, ਉਹ ਲਿਖਿਆ ਹੋਇਆ, ਤੁਹਾਨੂੰ ਭੇਜ ਦਾਂਗਾ ਮੈਂ। ਸੋ ਇਸ ਕਰਕੇ ਸਾਡੇ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਜਿਹੜੀਆਂ ਨੇ ਇਹ ਖਤਮ ਹੋਣਗੀਆਂ ਲੋਕ ਲਹਿਰ ਨਾਲ। ਜਦ ਲੋਕ ਇਕੱਠੇ ਹੋ ਕੇ, ਤੁਸੀਂ ਜਾਓ ਦਫ਼ਤਰ ਦੇ ਵਿੱਚ, ਉਹ ਕੰਮ ਹੀ ਨਹੀਂ ਜਿਵੇਂ ਤੁਸੀਂ ਸੁਣਾ ਕੇ ਹਟੇ ਹੋ। ਅਸੀਂ ਤਾਂ ਇੱਥੇ ਗੱਲ ਕਹੀ ਸੀ ਸਰਦਾਰ ਬੇਅੰਤ ਸਿੰਘ ਦੀ ਸਰਕਾਰ 'ਚ, ਉਹ ਮੈਂ ਕਿਹਾ ਜੀ ਜਦ ਪਿੰਡ ਦਾ ਪਟਵਾਰੀ ਝੂਠੇ ਨੰਬਰ ਦਿੰਦਾ ਸੀ, ਜਿਹੜੀ ਤੁਸੀਂ ਕਹਿੰਦੇ ਜਦ ਛੇਤੀ ਕਰਨ ਦਾ, ਉਹ ਕਹਿੰਦਾ ਯਾਰ ਕਾਗਜ਼ਾਂ ਦਾ ਘਰ ਤਾਂ ਪੂਰਾ ਕਰ ਦਿਓ। ਇਹ ਕਾਗਜ਼ਾਂ ਦਾ ਘਰ ਪੂਰਾ ਕਰਦੇ ਨੇ। ਸੋ ਜਦ ਕਾਗਜ਼ਾਂ ਦਾ ਘਰ ਪੂਰਾ ਕਰਨ ਵਾਲੀ ਗੱਲ ਹੋ ਗਈ, ਨੌਕਰੀ 'ਚ ਤੁਹਾਨੂੰ ਭ੍ਰਿਸ਼ਟਾਚਾਰ, ਤੁਸੀਂ ਨੌਕਰ ਲੱਗ ਗਏ, ਤੁਸੀਂ ਕਿਸੇ ਕੰਡਕਟਰ ਲੱਗ ਗਏ, ਤੁਸੀਂ ਬਿਜਲੀ ਬੋਰਡ 'ਚ ਲੱਗ ਗਏ, ਤੁਸੀਂ ਡਾਕਟਰ ਲੱਗ ਗਏ, ਤੁਸੀਂ ਇੰਜੀਨੀਅਰ ਲੱਗ ਗਏ, ਉੱਥੇ ਥੱਬੇ ਨੋਟਾਂ ਦੇ ਆ ਰਹੇ ਨੇ। ਜਦ ਤੁਸੀਂ ਰਿਸ਼ਵਤ ਦਾ, ਮੈਂ ਇੱਕ ਬੰਦੇ ਨੂੰ ਇਮਾਨਦਾਰ ਜੀ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਸਾਡਾ ਇੱਕ ਅਜ਼ੀਜ਼ ਵੀ ਕਿਹਾ, ਉਹ PCMS ਦੇ ਵਿੱਚ ਕੰਮ ਕਰਦਾ ਸੀ, ਹੈ ਤਾਂ ਉਹ ਹੋਰ ਜ਼ਿਲ੍ਹੇ ਦਾ, ਨਾਂ ਸਾਡੇ ਨਾਲ ਪੜ੍ਹਿਆ ਨਾ ਕਰਿਆ। ਉਹਨੂੰ ਇੱਥੇ ਚੰਡੀਗੜ੍ਹ 'ਚ ਸੰਨ 2003 ਦੀ 2 ਦੀ ਗੱਲ ਹੈ, ਉਹਨੂੰ ਲਾਤਾ ਆਪਣਾ ਹੈਲਥ ਅਫਸਰ। ਚੰਡੀਗੜ੍ਹ ਦਾ ਹੈਲਥ ਅਫਸਰ ਦਾ ਸੋਨੇ ਦੀ ਕਾਣ ਹੈ, ਸੋਨੇ ਦੀ ਮੁਰਗੀ, ਅੰਡਾ ਦੇਣ ਵਾਲੀ ਰੋਜ਼ ਦੀ, ਸੋਨੇ ਦਾ ਅੰਡਾ। ਉਹ ਆਇਆ ਮੇਰੇ ਕੋਲ, ਮੈਂ ਡਾਇਰੈਕਟਰ ਦਫ਼ਤਰ ਸੀਗਾ 40 'ਚ, ਕਹਿੰਦਾ ਜੀ 18,000 ਰੁਪਇਆ ਪਹਿਲੇ ਦਿਨ ਆ ਗਿਆ ਬਿਨਾਂ ਮੰਗੇ। ਮੈਂ ਤਾਂ ਕਹਿੰਦਾ ਇੱਥੇ ਰਹਿਣਾ ਨਹੀਂ। ਮੈਂ ਚੱਲ ਤੂੰ ਯਾਰ ਐਂ ਕਰ, ਤੂੰ 2 ਹਫ਼ਤੇ ਤਾਂ ਟਿਕ। ਉਹ 2 ਹਫ਼ਤੇ ਟਿਕਿਆ, ਪਰ 2 ਹਫ਼ਤੇ ਬਾਅਦ ਮੇਰੇ ਕੋਲ ਆਇਆ, ਕਹਿੰਦਾ ਜੀ ਮੈਂ ਹੋਮ ਸੈਕਟਰੀ ਕੋਲ ਜਾ ਕੇ ਰਿਜ਼ਾਈਨ ਕਰਿਆ ਵੀ ਮੈਂ ਨਹੀਂ ਰਹਿਣਾ ਇੱਥੇ। ਮੈਂ ਕੀ, ਤੂੰ ਦੱਸਿਆ ਹੀ ਨਹੀਂ। ਕਹਿੰਦਾ ਸਰ ਮੈਂ ਤੁਹਾਨੂੰ ਦੱਸਦਾ, ਤੁਸੀਂ ਫਿਰ ਮੈਨੂੰ ਕਹਿ ਦੇਣਾ ਸੀ 2 ਹਫ਼ਤੇ ਹੋਰ ਰਹੇ ਨਾ। ਮੈਂ ਕਿਹਾ ਵੀ ਤੂੰ ਹੋਮ ਸੈਕਟਰੀ ਨੂੰ ਕੀ ਕਿਹਾ? ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਨਾ ਮੈਂ ਬਦਲਣਾ, ਨਾ ਮੈਂ ਉਹਨਾਂ ਨੂੰ ਬਦਲ ਸਕਾਂ ਜਿਹੋ ਜਿਹੀ ਹਾਲਤ ਹੈ, ਸੋ ਮੈਂ ਇਸ ਚੋਰ 'ਚ ਨਹੀਂ ਰਹਿਣਾ। ਪਰ ਇਹ ਕਿੰਨੇ ਨਿਭਾਈ ਦੇ ਲਾਲੇ। ਇਸ ਕਰਕੇ ਲੋਕਾਂ ਦਾ ਜੇ ਪ੍ਰੈਸ਼ਰ ਹੋਊਗਾ ਵੀ ਬੋਲੋ ਇਹ ਜਨਮ ਮੌਤ ਦਾ ਸਰਟੀਫਿਕੇਟ ਕਿਉਂ ਨਹੀਂ ਮਿਲਿਆ, ਜਨਮ ਮੌਤ ਦੇ ਸਰਟੀਫਿਕੇਟ ਤਾਂ ਵੱਡੇ ਵੱਡੇ ਲੀਡਰਾਂ ਨੂੰ 3-3 ਮਹੀਨੇ ਕਮਾਇਆ ਜਾਂਦਾ। ਮੇਰੀ ਬੇਨਤੀ ਸੁਣ ਲਓ, 3-3 ਮਹੀਨੇ ਕਮਾਇਆ ਜਾਂਦਾ ਹੈ ਜੀ, ਕੀ ਕਰੀਏ ਜੀ, ਹੈ ਫਿਰ ਸਿਫਾਰਸ਼ ਲੱਭਣਗੇ। ਮੈਨੂੰ ਕੋਈ ਲੀਡਰ ਦੱਸੇ ਜਿਹਨੇ ਕਿਹਾ ਹੋਵੇ। ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਇਸ ਦੀ, ਫਿਰ ਸਵਾਲ ਤੁਹਾਡਾ ਜਵਾਬ ਦੇਣਾ। ਗੋਬਿੰਦ ਸਿੰਘ ਕਾਂਜਲੇ ਦੀ ਘਰ ਵਾਲੀ ਦੀ ਡੈਥ ਹੋ ਗਈ, ਉਹ ਮਾਸਟਰ ਨਹੀਂ ਸੀ, ਉਹਦੇ ਬੱਚੇ ਨੂੰ ਪ੍ਰਾਇਰਟੀ ਕੋਟੇ 'ਚ ਨੌਕਰੀ ਮਿਲਣੀ ਸੀ। ਉਹ ਇੱਕ ਸੈਕਟਰੀ ਨੇ ਆਬਜੈਕਸ਼ਨ ਲਾਤਾ ਵੀ ਇਹਨੂੰ ਤਾਂ ਇੰਨਾ GPF ਇੰਨਾ ਫਲਾਣਾ ਮਿਲਿਆ, ਇਹਨੂੰ ਨਹੀਂ ਮਿਲ ਸਕਦੀ ਨੌਕਰੀ। ਉਹਨੂੰ ਨੌਕਰੀ ਤਾਂ ਦਵਾਈ ਕਰ ਲਈ ਸਰਕਾਰ ਨੇ, ਪਰ ਇਹ ਕਹਿ ਕੇ ਦਵਾਈ ਦੇਵਾਂਗੇ ਅਸੀਂ। ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤਾਂ ਪੁੱਛੇ ਨਹੀਂ ਵੀ ਬੀਬਾ ਜਿਹੜਾ ਇਹ ਕੁਛ ਇਹਨੂੰ ਮਿਲਿਆ ਇਹ ਆਪਾਂ ਬਾਕੀ ਮੁਲਾਜ਼ਮਾਂ ਨੂੰ ਨਹੀਂ ਦਿੰਦੇ? ਉਹ ਕਹਿੰਦੇ ਹਾਂਜੀ ਦਿੰਦੇ ਹਾਂ। ਫਿਰ ਆਪਾਂ ਪਾਲਿਸੀ ਕਿਉਂ ਬਣਾਈਏ ਜਦੋਂ ਉਹਨਾਂ ਨੂੰ ਤਾਂ ਇਹਦਾ ਨੌਕਰੀ ਤਾਂ ਮਿਲੀ ਨਹੀਂ? ਫਿਰ ਆਪਾਂ ਜਿਹੜਾ ਕੋਈ ਨੌਕਰੀ 'ਚ ਮਰ ਜੇ ਉਹਦੇ ਵਾਰਸ ਨੂੰ ਨੌਕਰੀ ਦਿੰਦੀ, ਨੀਤੀ ਕਿਉਂ ਬਣਾਈਏ? ਇਹ ਦੱਸ। ਇਸ ਪਾਸੇ ਗਏ ਨਹੀਂ। ਸੋ ਅਸੀਂ ਸੌਖਾ ਰਸਤਾ ਲੱਭਦੇ ਹਾਂ ਵੀ ਆਪਣਾ ਕੰਮ ਹੋ ਜੇ, ਆਪਾਂ ਲੈਣਾ ਕੀ ਹੈ, ਤੂੰ ਆਪਣੀ ਫਸੀ ਨਿਬੇੜ, ਤੈਨੂੰ ਦੂਜੇ ਨਾਲ ਕੀ। ਸੋ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਇਹ ਰੁਕਿਆ। ਈਵਨ ਚਾਹੇ ਉਹ ਮੂਵਮੈਂਟ ਚੰਗੀ ਸੀ ਜਾਂ ਮਾੜੀ ਸੀ, ਇੱਕ ਸਟੇਜ 'ਤੇ 84 ਦੀ ਮੂਵਮੈਂਟ ਜਿਹੜੀ 83 ਦੀ ਸੀ, ਉਹਨੇ ਵੀ ਰੋਕਿਆ ਸੀ। ਦਫ਼ਤਰ ਡਰਨ ਲੱਗੇ ਸੀ ਵਿਚਾਰੇ ਇਹਨੂੰ ਤੋਂ, ਠੀਕ ਹੈ, ਉਹਨਾਂ ਨੇ ਆਪ ਵੀ ਬਹੁਤ ਕੁਛ ਬਾਤ ਕਰੀ। ਉਸ ਮੂਵਮੈਂਟ 'ਚ ਲੋਕ ਡਰੇ ਸੀ। ਨਕਸਲੀਜ਼ਮ ਦੀ ਮੂਵਮੈਂਟ ਸੀ, ਉਹਦੇ ਵਿੱਚ ਲੋਕ ਡਰਦੇ ਸੀ ਵੀ ਜੇ ਇਹਨਾਂ ਨਾਲ ਆਪਾਂ ਗੱਲ ਕਰੋ। ਕਮਿਊਨਿਸਟਾਂ ਤੋਂ ਡਰਦੇ ਸੀ।
CPI CPM ਤੋਂ ਲੋਕ ਡਰਦੇ ਸੀ ਵੀ ਯਾਰ ਇਹ ਕਾਮਰੇਡਾਂ ਨਾਲ ਪੰਗਾ ਨਾ ਲੈ ਲਈਏ, ਇਹ ਰਿਸ਼ਵਤ ਦੇ ਬੜੇ ਖਿਲਾਫ ਨੇ, ਰਿਸ਼ਵਤ ਨਹੀਂ ਹੋਣ ਦੇਣੀ। ਪਰ ਹੁਣ ਕੋਈ ਹੈ ਹੀ ਜੀ ਫੋਰਸ। ਹੁਣ ਜਿਹੜਾ ਤੁਸੀਂ ਸਵਾਲ ਕਰਿਆ ਸੀ ਨਾ, ਇਹ ਕਿਸਾਨ ਅੰਦੋਲਨ ਜੁਆਇੰਟ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ, ਇਹਦੇ 'ਚ ਇੱਕ ਤਾਕਤ ਹੈ ਕਿ ਇਹ ਪਿੰਡਾਂ 'ਚ ਸ਼ਹਿਰਾਂ 'ਚ ਆਪਣੀਆਂ ਇਕਾਈਆਂ ਬਣਾਉਣ। ਮੇਰਾ ਭਾਈ ਜਿਹੜਾ ਕੋਈ ਕਰਪਸ਼ਨ ਦੀ ਗੱਲ ਕਰੂ, ਐ ਨਹੀਂ ਹੈ ਵੀ ਆਪ ਸੌਦਾ ਕਰਾ ਦੇਣਾ ਹੈ, ਉਹਨਾਂ ਦੇ ਵਿੱਚ ਇਹਨਾਂ 'ਚ ਵੀ ਰਲ ਜਾਣਗੇ ਆ ਕੇ ਬੰਦੇ ਵੀ ਚਲੋ ਜੀ ਮੈਂ ਕਰਾਉਣਾ। ਲੀਡਰ ਵੀ ਹੋਣਗੇ, ਚੰਗਾ ਬੋਲ ਵੀ ਸਕਦੇ ਹੋਣਗੇ, ਪੜ੍ਹੇ ਲਿਖੇ ਵੀ ਹੋਣਗੇ। ਪੜ੍ਹੇ ਲਿਖੇ ਕੀ ਕਰਪਟ ਨਹੀਂ, ਪਰ ਅੱਜ ਤਾਂ ਪੜ੍ਹੇ ਲਿਖੇ ਤਾਂ ਜ਼ਿਆਦਾ ਕਰਪਸ਼ਨ ਕਰਦੇ ਨੇ। ਸੋ ਇਸ ਕਰਕੇ ਇਹਨਾਂ ਨੂੰ ਜਿਵੇਂ ਇਹਨਾਂ ਨੇ ਮੋਰਚੇ 'ਤੇ ਪਹਿਰਾ ਦਿੱਤਾ ਹੈ, ਇਹਨੇ ਇੱਥੇ ਪਹਿਰਾ ਦੇ ਕੇ ਅੱਜ ਇਹਨਾਂ ਦਾ ਵੱਡਾ ਜਿਹੜਾ ਇਹਨਾਂ ਕੋਲੇ ਮੈਂ ਕਹਾਂਗਾ ਕਾਰਜ ਪੰਜਾਬ ਨੂੰ ਸੁਧਾਰਨ ਦਾ, ਪੰਜਾਬ ਨੂੰ ਸੱਚੀ ਮੁੱਚੀ ਪੰਥ ਦਰਾਉਣ ਦੀ, ਸੱਚੀ ਮੁੱਚੀ ਕਿਰਤ ਦੀ ਧਰਤੀ ਬਣਾਉਣ ਦਾ, ਤੇ ਸੱਚੀ ਮੁੱਚੀ ਇਹ ਖਤਮ ਕਰਨ ਦਾ। ਵੱਡੀ ਲੈ ਕੇ ਹੱਕ ਗਵਾਏ ਜੇ ਪੁੱਛੇ ਤਾਂ ਪੜ੍ਹ ਸੁਣਾਏ, ਇਹ ਬਾਬੇ ਨਾਨਕ ਨੇ ਕਿਹਾ। ਵੱਡੀ ਲੈ ਕੇ ਜਿਹੜੇ ਹੱਕ ਗਵਾਉਂਦੇ ਨੇ ਦੂਜੇ ਦਾ, ਜਦ ਪੁੱਛੋ ਤਾਂ ਕਾਨੂੰਨ ਪੜ੍ਹ ਕੇ ਸੁਣਾ ਦਿੰਦੇ ਨੇ। ਉਹਨਾਂ ਨੂੰ ਰੋਕਣਾ ਹੋਏਗਾ, ਉਹਨਾਂ ਨੂੰ ਰੋਕਣ ਵਾਸਤੇ ਡਟ ਕੇ ਖੜਾ ਹੋਣਾ ਪਊਗਾ, ਪਹਿਰਾ ਦੇਣਾ ਪਊਗਾ ਵੀ ਮਿੱਤਰਾ ਇਹ ਨਹੀਂ ਪੁੱਗਣਾ ਜਿੰਨਾ ਮਰਜ਼ੀ ਜ਼ੋਰ ਲਾਓ, ਫਿਰ ਜਾ ਕੇ ਠੀਕ ਹੁੰਦਾ ਹੈ। ਪੰਜਾਬ ਦੇ ਵਿੱਚ ਚਲੋ ਅਸੀਂ ਹੇਠਲੇ ਲੈਵਲ ਦੀ ਕਰਪਸ਼ਨ ਦੀ ਗੱਲ ਕੀਤੀ, ਜਿਹੜਾ ਇਰੀਗੇਸ਼ਨ ਦਾ ਸਕੈਮ ਹੋਇਆ, ਮਤਲਬ ਉਹ ਵੱਡਾ ਸਕੈਮ ਪੰਜਾਬ ਦੇ ਵਿੱਚ ਮੰਨਿਆ ਜਾਂਦਾ। ਫਿਰ ਉਹਦੇ ਤੋਂ ਬਾਅਦ ਜਿਹੜੇ ਬਿਜਲੀ ਸਮਝੌਤੇ ਹੋਏ ਆ, ਹੋਰ ਕਈ ਗੱਲਾਂ ਨੇ। ਜਿਹੜੇ ਮਾਫੀਏ ਦੀ ਗੱਲ ਕਰੀਏ ਤਾਂ ਇਹ ਆਪਣੇ ਆਪ 'ਚ ਮੇਰੇ ਕੋਲ 7-8 ਮਾਫੀਏ ਦੀ ਪੰਜਾਬ ਦੀ ਗੱਲ ਹੁੰਦੀ ਹੈ। ਸੋ ਮੈਂ 20 ਮਾਫੀਏ ਨੇ, ਚਲੋ ਮਤਲਬ ਜਿਹੜੇ ਆਮ ਪਿਛਲੀ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਸੀ ਨਾ, ਜਿਹੜੇ ਮੈਂ ਉਹਨਾਂ ਦੀ ਗੱਲ ਕਰਦਾ, ਪਰ ਉਹਨਾਂ ਦੇ ਉੱਪਰ ਵੀ ਕੁਝ ਨਹੀਂ ਹੋਇਆ। ਦੇਖੋ ਜੰਮੂ ਸਾਹਿਬ ਜਦ ਕਹਿੰਦੇ ਵੀ ਚੋਰ ਤੇ ਚੌਕੀਦਾਰ ਰਲ ਜੇ, ਫਿਰ ਤੁਸੀਂ ਕੀ ਕਰੋਗੇ? ਹੁਣ ਜਿਵੇਂ ਤੁਹਾਡੀ ਵੀ ਗੱਲ ਜੋ ਹੈ, ਮਾਫ ਕਰਨਾ, ਕਿਉਂਕਿ ਵੀ ਥੱਲੇ ਲੈਵਲ ਦੀ ਉਹ ਜੀ ਕਲਰਕ ਨੇ ਪੈਸੇ ਲੈ ਲਏ, ਕਲਰਕ ਨੂੰ ਮਿਲਦਾ ਥੱਬਾ ਨੋਟਾਂ ਦਾ, ਕਿਉਂ ਪੈਸੇ ਲਵੇ ਬਈ? ਇੱਕ ਪੀਐਨ ਨੂੰ 40-40 ਹਜ਼ਾਰ ਤਨਖਾਹ, ਮੈਨੂੰ ਕੋਈ ਸਵਾਲ ਦਾ ਜਵਾਬ ਦੇਵੇ। ਇੱਕ ਪੀਐਨ ਨੂੰ 40-40 ਹਜ਼ਾਰ ਰੁਪਏ ਮਿਲਦਾ, ਨੌਜਵਾਨ ਪੜ੍ਹੇ ਲਿਖੇ ਇੰਜੀਨੀਅਰ ਉੱਥੇ 15,000 ਦਿੰਦੇ ਨੇ ਕਾਲ ਸੈਂਟਰ 'ਤੇ, ਉਹ 40,000 ਲੈਣ ਵਾਲਾ ਰਿਸ਼ਵਤ ਲਵੇ। ਤੁਸੀਂ ਕਹੋ ਕੋਈ ਨਹੀਂ ਜੀ ਇਹਨੇ ਲੈ ਲਈ, ਕੰਪਰੋਮਾਈਜ਼ ਹੈ ਇਹ। ਅੱਜ ਤਨਖਾਹਾਂ ਇੰਨੀਆਂ ਜ਼ਿਆਦਾ ਨੇ, ਜਿਹੜਾ ਬੰਦਾ ਜਰਾ ਵੀ ਰਿਸ਼ਵਤ ਦੇ ਅੰਦਰ ਲੱਭ ਜੇ ਨਾ, ਉਹਨੂੰ ਕੱਢ ਕੇ ਬਾਹਰ ਮਾਰੋ। ਇਸੇ ਗੱਲ ਤੇ 311(2) ਦੇ ਅੰਦਰ ਵੀ ਤਾਂ ਰਿਸ਼ਵਤ ਲਈ ਹੈ, ਤੈਨੂੰ ਕੱਢਿਆ, ਜੋ ਮਰਜ਼ੀ ਕਰ ਲੈ, ਉਹਨੂੰ ਪਤਾ ਲੱਗੇ। ਤੁਸੀਂ 10 ਬੰਦੇ ਕੱਢੋ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਸੀ, ਗੈਰ ਹਾਜ਼ਰ ਰਹਿਣਾ ਵੀ ਤਾਂ ਕਰਪਸ਼ਨ ਹੈ ਨਾ। ਮੈਂ ਡਾਕਟਰ ਨੂੰ ਕਹਿੰਦਾ ਸੀ ਵੀ ਤੁਸੀਂ ਰਿਸ਼ਵਤ ਨਹੀਂ ਵੀ ਲੈਂਦੇ, ਜੇ ਤੁਸੀਂ ਜਾਂਦੇ ਹੀ ਨਹੀਂ ਹਸਪਤਾਲ 'ਚ, ਫਿਰ ਜਿਹੜੀ ਤਨਖਾਹ ਲੈਣੋਂ ਰਿਸ਼ਵਤ ਹੀ ਹੈ ਨਾ। ਮੈਨੂੰ ਇੱਕ ਸੈਕਟਰੀ ਨੇ ਪੁੱਛਿਆ ਐਜੂਕੇਸ਼ਨ ਦੇ ਨੇ, ਕਹਿੰਦਾ ਕੀ ਕਰਿਆ ਜਾ ਸਕਦਾ ਮਾਸਟਰਾਂ ਦਾ? ਮੈਂ ਕਰਨਾ ਕੀ ਹੈ, ਤੁਸੀਂ ਤਾਂ ਜਾ ਕੇ ਛਾਪੇ ਮਾਰ ਦਿਓ ਉਹਨਾਂ 'ਤੇ, ਉਹ ਕੋਈ ਚੋਰ ਨੇ ਹੈ? ਤੁਸੀਂ ਕਹਿੰਦੇ ਛਾਪਾ ਮਾਰਿਆ ਜੀ, ਤੁਸੀਂ ਕਹੋ ਸਕੂਲ ਵਿਜ਼ਿਟ ਕਰਿਆ। ਪਰ ਇੱਕ ਗੱਲ ਪੱਕੀ ਵੀ ਜਿਹੜਾ ਗੈਰ ਹਾਜ਼ਰ ਫੜਿਆ ਗਿਆ ਨਾ, ਉਹਦਾ ਇੱਕ ਇਨਕਰੀਮੈਂਟ ਬਿਨਾਂ ਭਵਿੱਖੀ ਅਸਰ ਦੇ 1 ਸਾਲ ਵਾਸਤੇ ਹੁੰਦਾ, ਉਹ ਬੰਦ ਕਰ ਦਿਓ। ਉਹ ਤੋਂ ਇੱਕ ਚਿੱਠੀ ਜੀ ਦੇ ਕੇ, ਉਹਦੇ 'ਚ ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ, ਕਾਨੂੰਨ ਤੁਹਾਨੂੰ ਕੋਈ ਨਹੀਂ ਰੋਕਦਾ। ਕਹਿੰਦੇ ਫਿਰ ਮੈਂ ਕਿਹਾ ਜੋ ਮਰਜ਼ੀ ਚਿੱਠੀ ਲਿਖੇ, ਉਹਨੂੰ ਬਸ ਉਹਦਾ ਬੰਦ ਕਰ ਦੇਣਾ, ਕਿਉਂਕਿ ਉਹ ਖਰਾਬ ਕਰਦਾ, ਝੂਠ ਬੋਲਦਾ। ਜਿਸ ਦਿਨ ਦੁਬਾਰਾ ਉਹੀ ਬੰਦਾ ਫੜਿਆ ਗਿਆ, ਫਿਰ ਉਹਦੇ 2 ਬੰਦ ਕਰ ਦਿਓ। ਤੇ ਤੀਜੀ ਵਾਰੀ ਜੇ ਉਸੇ ਸਕੂਲ ਦਾ ਫੜੇਗਾ, ਨਾਲ ਹੈਡਮਾਸਟਰ ਦੇ ਪ੍ਰਿੰਸੀਪਲ ਦੇ ਬੰਦ ਕਰੋ। ਕਹਿੰਦੇ ਇਹਦੇ ਨਾਲ ਮੈਂ ਕਿਹਾ ਤੁਸੀਂ ਦੇਖਿਓ ਸਹੀ, ਜੇ 200 ਬੰਦੇ ਦਾ ਬੰਦ ਹੋਇਆ ਨਾ, ਫਿਰ ਸਭ ਨੂੰ ਇਹ ਕੰਨ ਹੋ ਜਾਣਗੇ। ਕਹਿੰਦੇ ਹੈ, ਮੈਂ ਕਿਹਾ ਤੁਹਾਨੂੰ ਦੱਸਤਾ ਮੈਂ, ਇਹ ਹੋ ਜਾਣਗੇ। ਕਹਿੰਦੇ ਕਿਉਂ? ਮੈਂ ਕਿਹਾ ਯਾਰ ਜਿਹੜਾ ਬੰਦਾ ਗਰੀਬ ਬੱਚਿਆਂ ਦੇ ਸਕਾਲਰਸ਼ਿਪ 'ਚੋਂ ਪੈਸੇ ਖਾਣ ਨੂੰ ਤਿਆਰ ਹੈ, ਮਿਡ ਡੇ ਮੀਲ 'ਚੋਂ ਪੈਸੇ ਖਾਣ ਨੂੰ ਤਿਆਰ ਹੈ, ਉਹ ਤੁਹਾਡੇ ਖਿਆਲ 'ਚ ਵੀ ਆਪਦਾ ਇੰਕਰੀਮੈਂਟ ਬੰਦ ਕਰਾ ਲਓ। ਸਾਡੇ ਡਾਕਟਰਾਂ ਦੀ ਹੜਤਾਲ ਕਰੀ, ਡਾਕਟਰਾਂ ਨੇ 90 ਦਿਨ ਹਸਪਤਾਲ ਬੰਦ ਕਰੀ ਰੱਖੇ। ਤੇ ਮੈਨੂੰ ਕਿਸੇ ਨੇ ਪੁੱਛਿਆ, ਉਹ ਮੈਂ ਕਿਹਾ ਜਦ ਤੁਸੀਂ 90 ਦਿਨ ਆਪ ਹੀ ਬੰਦ ਕਰਦੇ, 90 ਦਿਨ ਕੋਈ ਹੜਤਾਲ ਹੁੰਦੀ ਹੈ? ਫਿਰ ਕਿਸੇ ਨੇ ਕਿਹਾ, ਤਨਖਾਹ ਦੇਣ ਦਾ ਸਵਾਲ ਆ ਗਿਆ ਵੀ ਪਰ ਛੁੱਟੀ ਕਟਾ ਕੇ, ਮੈਂ ਸਟੈਂਡ ਹੈ ਇਹ ਨਾ, ਛੁੱਟੀ ਕੱਟੀ ਜਾਓ ਇਹਨਾਂ ਦੀ। ਉਹ ਦੇਖਣ ਇਹ ਤਾਂ ਜੀ ਔਖਾ ਬਹੁਤ ਹੈ। ਮੈਂ ਕਿਹਾ ਨਾ, ਛੁੱਟੀ ਕੱਟੀਓ। ਕਹਿੰਦੇ ਲੈਕਚਰਾਂ ਨੇ ਹੜਤਾਲ ਕਰੀ ਸੀ, ਫਾਈਨੈਂਸ ਸੈਕਟਰੀ ਮੈਨੂੰ ਕਹਿਣ ਲੱਗਿਆ ਵੀ ਉਹਨਾਂ ਨੇ ਤਾਂ ਮੁੜ ਕੇ ਹਾਜ਼ਰੀ ਲਾ ਕੇ ਤਨਖਾਹ ਲੈ ਲਈ। ਮੈਂ ਕਿਹਾ ਗੀਦੀ ਨੇ, ਇਹ ਸੱਚ ਹੈ? ਹੜਤਾਲ ਕਰਤੀ, ਮੁੜ ਕੇ ਤਨਖਾਹ ਲੈ ਲਈ ਆਪ ਹੀ। ਇਹ ਤਾਂ ਕੰਮ, ਇਹ ਇਦੋਂ ਵੱਡੀ ਚੋਰੀ ਕੀ ਹੋ ਗਈ? ਉਹ ਸਿਖਾਉਣਗੇ ਕਿਸੇ ਨੂੰ? ਮੈਂ ਕਿਹਾ ਅਸੀਂ ਉਹ ਜਿਹੇ ਨਹੀਂ ਹੈਗੇ, ਛੁੱਟੀ ਕੱਟੀ ਜਾਓ। ਬਾਕਾਇਦਾ ਕਾਨੂੰਨ ਬਣਾਉਣਾ ਪਿਆ। ਉਹ ਛੁੱਟੀ ਕੱਟਣ ਦੀ ਗੱਲ ਆ ਗਈ, ਜਦ ਇਹ ਛੁੱਟੀ ਕੱਟੀ ਗਈ ਦੀ ਗੱਲ ਆ ਗਈ, ਤਾਂ ਮੈਨੂੰ ਇੱਕ ਬੜੇ ਵੱਡੇ ਇਮਾਨਦਾਰ ਅਫਸਰ, ਬਹੁਤ ਇਮਾਨਦਾਰ IAS ਅਫਸਰ, ਉਹਨਾਂ ਨੇ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਅਸੀਂ ਇੰਨਾ ਕਰ ਵੀ ਰਹੇ ਹਾਂ, ਕਿਤੇ ਇਹ ਮੁੜ ਕੇ ਇਹ ਨਾ ਹੋਵੇ ਵੀ ਉਹ ਮਤਲਬ ਤਨਖਾਹ ਹੀ ਨਾ ਲੈਣ ਤੇ ਰੌਲਾ ਪੈ ਜੇ। ਮੈਂ ਕਿਹਾ ਤੁਹਾਨੂੰ ਕਿਹਨੇ ਕਹਿਤਾ? ਮੈਂ ਕਿਹਾ ਸਰਦਾਰ ਜੀ ਤੁਹਾਨੂੰ ਪਤਾ ਨਹੀਂ ਹੈ। ਕਹਿੰਦੇ ਕਿਉਂ? ਮੈਂ ਕਿਹਾ ਜਿਹੜੇ ਤਾਂ ਇਹ ਕਹਿਣ ਵਾਲੇ ਨੇ ਵੀ ਜਾ ਭੱਜੋ ਅਸੀਂ ਨਹੀਂ ਲੈਂਦੇ ਤਨਖਾਹ, ਜੇ ਆਕੜ ਕਰਦੇ ਹੋ, ਉਹ ਤਾਂ ਸਰਕਾਰ ਦੇ ਗੱਲ ਨੂੰ ਮੰਨ ਰਹੇ ਨੇ। ਜਿਹੜੇ ਨਹੀਂ ਮੰਨ ਰਹੇ
ਮੈਂ ਕਿਹਾ ਉਹਨਾਂ ਦੀ ਤੁਸੀਂ ਜਿਹੜਾ ਬੰਦਾ ਟੁੱਟੇ ਜੁੱਤਿਆਂ ਵਾਲੇ ਗਰੀਬ ਮਰੀਜ਼ ਤੋਂ 10 ਰੁਪਏ ਲੈਣ ਨੂੰ ਤਿਆਰ ਹੈ, ਮੈਂ ਤੁਹਾਡੇ ਖਾਤੇ ਚੋਂ 32,000 ਰੁਪਏ ਛੱਡ ਦੂੰਗਾ। ਉਹਦਾ ਕਹੂਗਾ ਮੇਰੇ ਸਿਰ 'ਚ ਇੱਕ ਜੁੱਤਾ ਮਾਰੋ ਪਰ ਚੈੱਕ ਮੈਨੂੰ ਪਹਿਲਾਂ ਫੜਾ। ਤਾਂ ਮੈਂ ਕਹਿਣਾ ਜਦ ਰਿਸ਼ਵਤ ਦਾ ਜਿਹੜਾ ਇਹੋ ਜਿਹਾ ਆਲਮ ਹੋ ਜੇ ਵੀ ਤੁਸੀਂ ਪੂਰੀ 'ਚ ਰਿਸ਼ਵਤ ਯਾਰ, ਕਿਤੇ ਕਹਿੰਦੇ 2.5 ਘਰ ਦਾ ਡੈਨ ਵੀ ਛੱਡ ਦਿੰਦੀ ਹੈ, ਤੁਸੀਂ ਉਹ ਵੀ ਨਹੀਂ ਛੱਡਦੇ। ਤੁਸੀਂ ਸਾਰੇ ਉੱਤੇ ਤੱਕ ਰਲੇ ਹੋਏ ਹੋ ਡਰੱਗ ਮਹਿਕਮੇ 'ਚ, ਫੂਡ ਅਡਲਟ੍ਰੇਸ਼ਨ ਮਹਿਕਮੇ ਦੇ ਵਿੱਚ, ਟਰਾਂਸਪੋਰਟ ਮਹਿਕਮੇ ਦੇ ਵਿੱਚ, ਟੈਕਸਾਂ ਦੇ ਮਹਿਕਮੇ ਦੇ ਵਿੱਚ, ਐਕਸਾਈਜ਼ ਦੇ ਮਹਿਕਮੇ 'ਚ। ਕਿਹੜਾ ਮਹਿਕਮਾ ਜਿੱਥੇ ਰਿਸ਼ਵਤ ਨਹੀਂ? ਐਜੂਕੇਸ਼ਨ 'ਚ ਆ ਜਿਹੜਾ ਤੁਸੀਂ ਕਿਹਾ ਹੈ ਪੈਸੇ ਦੇ ਕੇ ਬਦਲੀਆਂ ਹੁੰਦੀਆਂ ਨੇ, ਅਗਲੇ ਨੂੰ ਪਤਾ ਉਹਨੂੰ ਕੀ ਹੈ, ਮਿਊਚੁਅਲ ਟ੍ਰਾਂਸਫਰ ਕਰਾ ਲੈਂਦੇ ਨੇ। ਉਹ ਕਹਿੰਦੇ ਭਾਈ ਤੇਰਾ 1 ਸਾਲ ਪਹਿਲਾਂ ਮੈਂ ਕਰਾਈ ਹੈ, ਤੇਰਾ ਸਾਲ ਦਾ ਜਾਣ ਦਾ ਕਿਰਾਇਆ ਕਿੰਨਾ ਵੀ ਤੋਂ ਉਨੇ ਪੈਸੇ ਰੱਖ, ਇੱਕ ਜਿਹੜਾ ਮੇਰਾ ਕਿਰਾਇਆ ਲੱਗੂਗਾ ਹੁਣ ਉਹ ਪੈਸੇ ਦੇ, ਇੱਕ ਤੂੰ ਮੈਨੂੰ 20,000 ਰੁਪਏ ਹੋਰ ਦੇ, ਕਿਉਂਕਿ ਮੁੜ ਕੇ ਤੂੰ ਪੱਕਾ ਰਹਿਣਾ ਉਰੇ। ਜਦ ਤੁਸੀਂ ਇਸ ਲੈਵਲ ਤੇ ਇੱਕ ਟੀਚਰ ਆ ਕੇ ਹੋ ਜੇ ਵੀ ਆਪਾਂ ਤਾਂ ਇਹ ਚੋਂ ਪੈਸੇ ਕਮਾਉਣੇ ਨੇ, ਮੈਂ ਜ਼ਿੰਮੇਵਾਰੀ ਨਾਲ ਇਹ ਕਹਿਣਾ ਅੱਜ ਇਨਕੁਆਇਰੀਆਂ ਕਰਾ, ਝੂਠੀਆਂ ਡਿਗਰੀਆਂ ਨਾਲ ਬੰਦੇ ਲੱਗਦੇ ਨੇ, ਗੈਰ ਹਾਜ਼ਰ ਰਹਿ ਕੇ ਤਨਖਾਹਾਂ ਲੈਂਦੇ ਨੇ, ਤੁਸੀਂ ਸਾਰੇ ਗੋਂਗਲੋਂ ਤੋਂ ਮਿੱਟੀ ਝਾੜੀ ਜਾਂਦੇ ਹੋ। ਉਹ ਤਾਂ ਮੈਨੂੰ ਲੱਗਦਾ ਸੀ ਵੀ ਇਹਨਾਂ ਵਾਸਤੇ ਵੱਡਾ ਕੰਮ ਸੀ, ਹੁਣ ਤਾਂ ਮੈਨੂੰ ਜਮਾਂ ਹੀ ਆਸ ਹੀ ਨਹੀਂ ਰਹੀ, ਉਮੀਦ ਹੀ ਨਹੀਂ ਰਹੀ, ਨਾ ਹੈਲਥ 'ਚ ਨਾ ਐਜੂਕੇਸ਼ਨ 'ਚ ਕਿ ਇਹ 'ਚ ਕੋਈ ਇਨਸਾਫ ਹੋ ਸਕਦਾ ਹੈ। 5-5 ਹਜ਼ਾਰ ਤੇ ਜਿਹੜੇ NRHM 'ਚ ਰੱਖੇ ਨੇ 10-10 ਹਜ਼ਾਰ ਤੇ, ਉਹਨਾਂ ਨੂੰ ਤਾਂ ਡਾਂਗਾਂ ਮਾਰੀਆਂ ਜਾ ਰਹੀਆਂ ਨੇ। ਉਹਦੇ ਉਲਟ ਜਿਹੜਾ ਪੂਰੇ ਪੈਸੇ ਹੁੰਦਾ 900 ਡਾਕਟਰ 800 ਜਿਹੜਾ ਰੂਰਲ ਡਿਪਾਰਟਮੈਂਟ ਨੂੰ ਡਿਸਪੈਂਸਿੰਗ ਦਿੱਤੀਆਂ ਨੇ ਜਾਂ ਜਿਹੜੇ ਆਯੁਰਵੇਦ ਵਾਲੀਆਂ ਨੇ ਉਹ ਜਾਂਦੇ ਹੀ ਨਹੀਂ। ਉਹਨਾਂ ਨੂੰ 2-2 ਲੱਖ ਤਨਖਾਹ ਦਾ ਦਿੱਤਾ ਜਾ ਰਿਹਾ, ਇੱਧਰ 5-10 ਹਜ਼ਾਰ ਤੇ ਉਹ ਨਰਸਾਂ ਨੂੰ, ਬਾਕੀ ਫਾਰਮਾਸਿਸਟਾਂ ਨੂੰ, ਕਲਰਕਾਂ ਨੂੰ, ਜੋ ਵੀ ਨੇ NRHM 'ਚ ਉਹਨਾਂ ਨੂੰ ਕੁੱਟਿਆ ਜਾ ਰਿਹਾ। ਕਰੋਨਾ 'ਚ ਵੀ ਉਹਨਾਂ ਨੇ ਕੰਮ ਕਰਿਆ, ਕਰੋਨਾ 'ਚ ਤੁਹਾਨੂੰ ਐਕਸਟਰਾ ਵਰਕਰ ਦੀ ਲੋੜ ਪੈ ਗਈ, ਤੁਸੀਂ ਭਰਤੀ ਕਰ ਲਏ, ਉਹਨਾਂ ਨੂੰ ਰੋਟੀ ਜਾਣੇ ਤੋਂ ਪੈਸੇ ਦੇ ਦਿਓ ਯਾਰ, ਉਹਨਾਂ ਨੂੰ ਰੋਟੀ ਜਿੰਨੇ ਨਹੀਂ ਦੇ ਰਹੇ। ਸੋ ਅੱਜ ਜਦ ਮੈਂ ਪ੍ਰਗਟ ਸਿੰਘ ਦਾ ਬਿਆਨ ਸੁਣਦਿਆ ਸੱਚੀ ਗੱਲ ਤੁਹਾਨੂੰ ਦੱਸਾਂ ਵੀ ਇਹ 'ਚ ਕੋਈ ਹੇਰਾਫੇਰੀ ਨਹੀਂ ਹੋਈ ਭਰਤੀ 'ਚ, ਮੇਰਾ ਮੱਥਾ ਠਣਕ ਗਿਆ ਵੀ ਹੁਣ ਜੋ ਮਰਜ਼ੀ ਆ ਜੇ। ਜਿਹੜਾ ਬੰਦਾ ਯਾਰ ਇੰਨਾ ਇਮਾਨਦਾਰ ਸੀ, ਜੇ ਉਹਦਾ ਇਹ ਹਾਲ ਹੈ ਬਿਊਰੋਕ੍ਰੇਸੀ ਨੇ ਕਰਤਾ, ਬਸ ਫਿਰ ਹੁਣ ਤਾਂ ਹਾਈ ਕੋਰਟ 'ਚ ਹੀ ਕਾਸ ਹੈ ਵੀ ਹਾਈ ਕੋਰਟ ਇਸ ਇਲੈਕਸ਼ਨ ਨੂੰ ਰੱਦ ਕਰ ਦੇ ਇੱਕ ਵਾਰੀ, ਵੀ ਪਹਿਲਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਆ ਜਾਣੇ ਬੰਦੇ, ਕੋਈ ਐ ਨਹੀਂ ਵੀ ਜਿਹੜੇ ਹੁਣ ਸਿਲੈਕਟ ਹੋਏ ਨੇ ਸਾਰੇ ਚੋਰ ਨੇ ਜਾਂ ਜਿਹੜੇ ਰਹਿ ਗਏ ਉਹ ਸਾਰੇ ਸਾਧ ਨੇ, ਐ ਨਹੀਂ ਹੈ ਗੱਲ। ਗੱਲ ਤਾਂ ਇਨਸਾਫ ਦੀ ਹੈ ਕਿ ਇਨਸਾਫ ਵਾਸਤੇ ਹੋਣਾ ਪਊਗਾ, ਡਟ ਕੇ ਕਰਨਾ ਪਊਗਾ। ਇਹ ਨਹੀਂ ਕਰਨਗੇ ਤਾਂ ਮੈਂ ਕਹਾਂਗਾ ਹੁਣ ਜਿਹੜੇ ਰੌਲਾ ਪਾਉਂਦੇ ਨੇ ਉਹਨਾਂ 'ਚ ਇੰਨੀ ਹਿੰਮਤ ਨਹੀਂ ਵੀ ਅੱਜ ਦੀ ਚਰਚਾ ਘਰਾਓ ਕਰਕੇ ਦੇ ਦੇਣ ਸੈਕਟਰੀ ਦਾ ਵੀ ਚੰਗਾ ਨਿਕਲ ਨਹੀਂ ਦਿੰਦੇ, ਦੇਖੀ ਜੋ ਹੁੰਦੀ ਹੈ। ਸੋ ਕਿਉਂਕਿ ਉਹ ਵੀ ਕਹਿੰਦੇ ਚਰਚਾ ਦਾਹ ਲੱਗ ਜੇ ਜਿਵੇਂ ਮਰਜ਼ੀ। ਸੋ ਜਿੰਨਾ ਚਿਰ ਅਸੀਂ ਲੜਾਂਗੇ ਨਹੀਂ, ਜਿੰਨਾ ਹੁਣ ਸੰਯੁਕਤ ਕਿਸਾਨ ਮੋਰਚੇ ਵਿੱਚ ਇੱਕ ਤਾਕਤ ਹੈਗੀ ਹੈ, ਜਿਹੜੀ ਤਾਕਤ ਕਿਉਂਕਿ ਉਹਦੇ ਬੱਚਿਆਂ ਨੂੰ ਨੌਕਰੀ ਨਹੀਂ ਮਿਲ ਰਹੀ, ਉਹਦੇ ਬੱਚੇ ਦੀ ਪੜ੍ਹਾਈ ਨਹੀਂ ਹੋ ਰਹੀ, ਉਹਦੇ ਬੱਚੇ ਦਾ ਇਲਾਜ ਨਹੀਂ ਹੋ ਰਿਹਾ, ਉਹੀ ਕਰਜ਼ੇ ਥੱਲੇ ਇਸ ਕਰਕੇ ਡੁੱਬਦਾ ਵੀ 30% ਕਰਜ਼ਾ ਸਿਰਫ ਇਲਾਜ ਕਰਕੇ ਲੈਣਾ ਪੈ ਰਿਹਾ, ਉਹਦੇ ਹੀ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਦੇ ਕਾਗਜ਼ ਨਹੀਂ ਬਣ ਰਹੇ, ਉਹਦੇ ਹੀ ਪਿੰਡ 'ਚ 5 ਮਰਲੇ ਦੇ ਪਲਾਟ ਨਹੀਂ ਮਿਲ ਰਹੇ, ਉਹਦੇ ਹੀ ਪਿੰਡ ਦੇ ਵਿੱਚ ਆਟਾ ਦਾਲ ਦੇ ਉੱਤੇ ਅਮੀਰ ਦੇਈ ਜਾਂਦੇ ਨੇ, ਦੂਜਿਆਂ ਨੂੰ ਮਿਲਦਾ ਨਹੀਂ। ਸੋ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ਆਪਦੇ ਪਿੰਡਾਂ ਦੇ ਵਿੱਚੋਂ ਇਹ ਭ੍ਰਿਸ਼ਟਾਚਾਰ ਪਹਿਲਾਂ ਦੂਰ ਕਰਨ ਵਾਸਤੇ ਉੱਥੇ ਕਮੇਟੀਆਂ ਬਣਾ ਦਿਓ, ਤੁਸੀਂ ਦੇਖੋ ਫਿਰ ਭ੍ਰਿਸ਼ਟਾਚਾਰ ਕਿਵੇਂ ਰੇਲ ਬਣਦਾ। ਮੇਰੇ ਖਿਆਲ ਇਹਦੀ ਸ਼ੁਰੂਆਤ ਤਾਂ ਪਿੰਡ ਤੋਂ ਹੀ ਜਿਹੜੀ ਆ ਬਿਲਕੁਲ ਕਰਨ ਦੀ ਲੋੜ ਹੈਗੀ, ਤੇ ਉੱਥੋਂ ਜੇ ਕੀਤੀ ਜਾਵੇ ਜਿਹੜਾ ਉੱਥੇ ਉਹ ਤੋਂ ਅੱਗੇ ਇੱਕ ਲਹਿਰ ਜਿਹੜੀ ਬਣੇ ਉਹ ਉੱਪਰ ਤੱਕ ਆ ਸਕਦੀ ਹੈ। ਅਦਰਵਾਈਜ਼ ਜਿਹੜਾ ਇਹਨੂੰ ਰੋਕਣਾ ਬੜਾ ਮੁਸ਼ਕਲ ਹੈ। ਹੁਣ ਤੱਕ ਕੱਲ ਜਿਹੜੀ ਕੈਬਨਿਟ ਹੋਈ ਉਹਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਰੌਲਾ ਪੈ ਗਿਆ ਵੀ ਕਿਵੇਂ ਕਿਸ ਲੈਵਲ ਤੇ ਭ੍ਰਿਸ਼ਟਾਚਾਰ ਪਹੁੰਚ ਗਿਆ। ਬਸ ਇਹ ਤੁਸੀਂ ਜਾਣਦੇ ਹੋ ਸਾਰੇ ਪਾਸੇ। ਤਾਂ ਇਸ ਕਰਕੇ ਬੜੇ ਵੱਡੀ ਲੜਾਈ ਹੈ, ਇਹ ਕੋਈ ਆਸਾਨ ਲੜਾਈ ਨਹੀਂ, ਬੜੀ ਟੇਢੀ ਕਿਸਮ ਦੀ ਲੜਾਈ ਹੈ, ਪਰ ਇਹਦੇ ਖਿਲਾਫ ਜਿਹੜੀ ਜਾਗਰੂਕਤਾ ਕਿਸੇ ਨਾ ਕਿਸੇ ਪੱਧਰ ਤੋਂ ਸ਼ੁਰੂ ਹੋਣੀ ਚਾਹੀਦੀ। ਇੱਕ ਲਾਈਨ 'ਚ ਮੈਂ ਕਹਾਂਗਾ ਤੁਹਾਡੀ ਗੱਲ ਠੋਕ ਕੇ, ਜੇ ਸਿਰ ਤੇ ਕਫਨ ਬਣ ਕੇ ਡੜ ਪੋ ਤੇ ਹੋ ਜਾਂਦੀ ਹੈ। ਮੈਂ ਇੱਕ ਹਸਪਤਾਲ 'ਚ ਮੈਨੂੰ SMA ਦਾ ਚਾਰਜ ਦਿੱਤਾ, ਮੈਂ ਸਾਰਿਆਂ ਡਾਕਟਰਾਂ ਨੂੰ ਬੁਲਾ ਕੇ ਕਹਿਤਾ ਵੀ ਦੇਖੋ ਮੈਂ ਤੁਹਾਡੀ ਨਾ ਜਿਹੜੀ ਹੈਗੀ ਹੈ ਚੋਰੀ ਉਹ ਤਾਂ ਬੰਦ ਨਹੀਂ ਕਰ ਸਕਦਾ, ਐਵੇਂ ਮੈਂ ਟਿੱਟੀ ਦੀ ਮੁੰਗਲ ਤਾਂ ਨਹੀਂ ਉੱਚਾ ਕਰ ਦੇਣੀਆਂ, ਜਿਹੜੀ ਜੇਬ ਕਤਰੇ ਮੈਂ ਬੰਦ ਕਰਕੇ ਦਿਖਾਉਂ, ਦੇਖੀ ਜੋ ਹੁੰਦਾ। ਯੂਨੀਵਰਸਿਟੀ 'ਚ ਗਿਆ, ਮੈਂ ਕਿਹਾ ਜਿਹੜਾ ਪੇਪਰ ਲੀਕ ਹੁੰਦਾ ਨਾ ਮੈਂ ਦੇਖੂੰ ਕਿਵੇਂ ਲੀਕ ਹੁੰਦਾ, ਬੱਚਿਆਂ ਨੂੰ ਤੰਗ ਕਰ ਦਿਓ। ਸੋ ਜਦ ਜਾਂ ਤਾਂ ਉੱਤੋਂ ਸੁਧਾਰ ਹੁੰਦਾ ਜਾਂ ਥੱਲਿਓਂ ਸੁਧਾਰ ਹੁੰਦਾ, ਜੇ ਉੱਤੋਂ ਨਹੀਂ ਕਰਨ ਵਾਲੇ ਫਿਰ ਥੱਲੇ ਉੱਠਣਾ ਪਊਗਾ, ਕਿਸਾਨ ਮੋਰਚਾ ਉੱਠੇ। ਹਾਂਜੀ ਮੇਰੇ ਖਿਆਲ ਇਹ ਜਿਹੜੀ ਸ਼ੁਰੂਆਤ ਹੈ, ਅਸੀਂ ਇਸ ਗੱਲ ਤੇ ਤਾਂ ਸਹਿਮਤ ਹਾਂ ਵੀ ਪਿੰਡ ਦੇ ਪੱਧਰ ਤੋਂ ਸ਼ੁਰੂ ਕਰਨੀ ਪਏਗੀ, ਤੇ ਇਸ ਮੋਰਚੇ ਨੇ ਇੱਕ ਜਿਹੜੀ ਰੋਸ਼ਨੀ ਵਿਖਾਈ ਹੈ ਕਿ ਵੱਡੇ ਤੋਂ ਵੱਡੇ ਕੰਮ ਨੂੰ ਜਿਹੜਾ ਉਹ ਕੀਤਾ ਜਾ ਸਕਦਾ। ਗੱਲ ਇਹਦੇ ਲਈ ਜਿਹੜਾ ਦ੍ਰਿੜ ਸੰਕਲਪ ਜਿਹੜਾ ਹੋਣਾ ਪਏਗਾ, ਜੇ ਨਹੀਂ ਹੋਵਾਂਗੇ, ਨਹੀਂ ਸਾਡੇ ਲੋਕ ਹੋਣਗੇ ਤਾਂ ਮੇਰੇ ਖਿਆਲ ਇਹਦਾ ਕੋਈ ਨਤੀਜਾ ਵਾਲਾ ਨਹੀਂ ਨਿਕਲਣ ਵਾਲਾ।
ਇਸ ਕਰਕੇ ਜਿਹੜੀ ਇਸ ਮੂਵਮੈਂਟ ਨੇ ਕੁਝ ਸਬਕ ਕੱਢੇ ਆ, ਅਸੀਂ ਉਹਨਾਂ ਸਾਰੇ ਸਬਕਾਂ ਦੀ ਗੱਲ ਤਾਂ ਨਹੀਂ ਕਰਦੇ, ਪਰ ਕੁਝ ਕਰਦੇ ਹਾਂ ਕਿ ਉਹਦੇ ਤੋਂ ਕੁਝ ਨਾ ਕੁਝ ਰੋਸ਼ਨੀ ਜਿਹੜੀ ਅੱਗੇ ਚੱਲਣੀ ਚਾਹੀਦੀ ਹੈ। ਜਿਹੜੀ ਸਾਡੀ ਵਿਰਾਸਤ ਆ ਉਹ ਅੱਗੇ ਤੁਰਨੀ ਚਾਹੀਦੀ ਹੈ। ਉਹ ਲੈਗੇਸੀ ਜਿਹਦੀ ਅਸੀਂ ਵਾਰ-ਵਾਰ ਚਰਚਾ ਕਰਦੇ ਹਾਂ, ਉਹ ਜਿੰਨੀ ਹੇਠਾਂ ਨੂੰ ਆਈ ਹੈ, ਜਿੰਨੀ ਕਿਸਾਨ ਮੋਰਚੇ ਨੇ ਉੱਪਰ ਚੁੱਕੀ ਹੈ, ਉਹਦੀ ਤਾਂ ਹੀ ਸ਼ਾਨ ਬਹਾਲ ਰਹਿ ਸਕਦੀ, ਬਰਕਰਾਰ ਰਹਿ ਸਕਦੀ, ਜੇ ਉਹਦੇ ਤੋਂ ਅੱਗੇ ਕੁਝ ਸਿੱਟੇ ਕੱਢੇ ਜਾਣ, ਨਤੀਜੇ ਕੱਢੇ ਜਾਣ। ਲੜਾਈ ਲੰਮੀ ਹੈ, ਬਿਲਕੁਲ ਲੰਮੀ ਹੈ। ਜਿਵੇਂ ਇਹ ਕਿਸਾਨ ਮੋਰਚੇ ਨੇ ਬੜਾ ਵਰਤਾਨ ਸਿੱਧਿਆ ਇੱਥੇ ਸਿੱਖੀ ਦਾ ਹੋਰ ਦਾ, ਇਹ ਵਰਤਾਂਤ ਆ ਸਾਡੇ ਕਿ ਗੁਰੂ ਗੋਬਿੰਦ ਸਿੰਘ ਜੀ ਜਦ ਮਾਤਾ ਜੀਤੋ ਜੀ ਨੇ ਕਿਹਾ ਸਰਸਾ ਦਰਿਆ ਪਾਰ ਕਰੇ ਸੀ ਵੀ ਆ ਪੈਸਾ ਇੰਨਾ ਹੈਗਾ ਇਹਦੇ ਵਿੱਚੋਂ ਥੋੜਾ ਘਰੇ ਵਰਤ ਲਈਏ, ਉਹ ਕਹਿੰਦੇ ਜ਼ਹਿਰ ਹੈ, ਇਹ ਸੰਗਤਾਂ ਦਾ ਪੈਸਾ ਸੰਗਤਾਂ ਤੇ ਲਾਇਆ ਜਾ ਸਕਦਾ ਹੈ, ਘਰੇ ਨਹੀਂ ਵਰਤਿਆ ਜਾ ਸਕਦਾ। ਸਰਸਾ ਨਦੀ 'ਚ ਰੋੜ ਦਾਂਗੇ ਪਰ ਘਰੇ ਨਹੀਂ ਵਰਤਿਆ ਜਾ ਸਕਦਾ। ਅਸੀਂ ਉਹਨਾਂ ਦੇ ਵਾਰਸ ਹਾਂ, ਸੰਯੁਕਤ ਕਿਸਾਨ ਮੋਰਚਾ ਵੀ ਉਹਨਾਂ ਦਾ ਵਾਰਸ ਹੈ। ਇਹ ਕਰਨਾ ਪਊਗਾ, ਇਹ ਲਾਈਨ ਖਿੱਚ ਕੇ, ਬਿਨਾਂ ਲਾਈਨ ਖਿੱਚੇ ਕੰਮ ਨਹੀਂ ਹੋਣਾ। ਮੈਨੂੰ ਇੱਕ ਹੋਰ ਗੱਲ ਯਾਦ ਆਉਂਦੀ, ਇੱਕ ਵਾਰੀ ਸਾਨੂੰ, ਮੈਂ ਵਾਈਸ ਪ੍ਰੈਜ਼ੀਡੈਂਟ ਸੀਗਾ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਜੀ, ਸਾਡੇ ਇਹ ਹੋ ਗਿਆ ਵੀ ਜਿਹੜੀ SGPC ਦੀ ਪ੍ਰਧਾਨ ਆ ਬੀਬੀ ਜਗੀਰ ਕੌਰ, ਉਹਨੇ ਕਲੱਬ ਨੂੰ 5 ਲੱਖ ਜਾਂ 3 ਲੱਖ ਰੁਪਏ ਦੇਣ ਦਾ ਐਲਾਨ ਕਰਤਾ ਵੀ ਇੰਨੇ ਪੈਸੇ ਦੇਣੇ। ਸਾਡਾ ਜਿਹੜਾ ਪ੍ਰਧਾਨ ਆ ਉਹ ਸਰਬਜੀਤ ਪੰਧੇਰ ਸੀਗਾ, ਉਹ ਬਾਅਦ ਦੇ ਵਿੱਚ ਸਾਡੀ ਗੱਲ ਹੋਈ, ਕਹਿੰਦਾ ਵੀ ਇਹ ਪੈਸੇ ਅਸੀਂ ਨਹੀਂ ਲੈਣੇ। ਮੈਂ ਕਿਹਾ ਕਿਉਂ ਨਹੀਂ ਲੈਣੇ, ਕੀ ਕਾਰਨ? ਕਹਿੰਦਾ ਇਹ ਪੈਸਾ 1-1 ਰੁਪਈਆ ਇਕੱਠਾ ਹੋ ਕੇ ਆਇਆ, ਪਤਾ ਨਹੀਂ ਕਿਸੇ ਲੋਕਾਂ ਨੇ ਕਿਵੇਂ ਦਿੱਤਾ। ਇਹ ਲੋਕਾਂ ਦਾ ਪੈਸਾ ਜਿਹੜਾ ਅਸੀਂ ਇਸ ਕਮਾਲ ਨਹੀਂ ਲਾਉਣਾ, ਕਮਾਲ ਤਾਂ ਅਸੀਂ ਉਹ ਪੈਸਾ ਲਿਆ ਨਹੀਂ ਸੀ। ਕਮਾਲ ਹੈ, ਨਤਮਸਤਾਂ ਸਰਬਜੀਤ ਪੰਧੇਰ ਨੂੰ ਵੀ ਤੇ ਤੁਹਾਨੂੰ ਵੀ ਜਿਨ੍ਹਾਂ ਨੇ ਇਹ ਕਰਿਆ, ਬਹੁਤ ਵਧੀਆ, ਇਹੀ ਕਰਨਾ ਪਊ। ਠੀਕ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਕੀ ਅਗਲੇ ਐਪੀਸੋਡ 'ਚ ਸ਼ੁਕਰੀਆ।